ਕੈਪਟਨ ਅਮਰਿੰਦਰ ਸਿੰਘ ਕਿਉਂਕਿ ਨਵੇਂ ਬੀਜੇਪੀ ਦੇ ਆੜੀ ਬਣਿਆ ਤੇ ਉਹਨਾਂ ਨੇ ਵੀ ਬਹੁਤ ਜ਼ੋਰ ਸ਼ੋਰ ਨਾਲ ਇਹ ਮੰਗ ਉਠਾਈ ਕਿ ਕਿਸਾਨਾਂ ਨੂੰ ਹੁਣ ਵਾਪਸ ਆ ਜਾਣਾ ਚਾਹੀਦਾ। ਕੋਈ ਐਸੀ ਗੱਲ ਨਹੀਂ ਬੀਜੇਪੀ ਨੇ ਜਿਹੜੀ ਕਿ ਮੁਸਲਮਾਨਾਂ ਦੇ ਵਿਰੁੱਧ ਦੇ ਵਿੱਚ ਜਾਂ ਕਿਸੇ ਖਾਸ ਫਿਰਕੇ ਦੇ ਵਿਰੁੱਧ ਦੇ ਵਿੱਚ ਨਾ ਕੀਤੀ ਹੋ। ਪੰਜਾਬ ਦੇ ਵਿੱਚ ਤੇ ਸੱਟਾ ਲੱਗਣਾ ਸ਼ੁਰੂ ਹੋ ਗਿਆ ਸੀ ਇਸ ਗੱਲ ਦੇ ਉੱਤੇ ਕਿ ਕਾਨੂੰਨ ਵਾਪਸ ਹੋਣੇ ਆ ਕਿ ਨਹੀਂ ਹੋਣੇ। ਦੇਖੋ ਇੰਨੀ ਕਾਲ ਦੇ ਵਿੱਚ ਉੱਥੇ ਗਏ ਵੀ ਨਹੀਂ ਸਨ ਕਿਸਾਨ ਤੇ ਇੰਨੀ ਕਾਲ 'ਚ ਉਹਨਾਂ ਨੇ ਉੱਥੋਂ ਆਉਣਾ ਵੀ ਨਹੀਂ। ਮੋਦੀ ਤੇ ਸ਼ਾਹ ਦੀ ਜੋੜੀ ਜੇ ਸਭ ਤੋਂ ਜ਼ਿਆਦਾ ਕਿਸੇ ਤੋਂ ਪਰੇਸ਼ਾਨ ਹੈ ਤਾਂ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ। ਜੇਕਰ ਕਿਸਾਨ ਦੀ ਉਪਜ ਦਾ ਮੁੱਲ ਸਰਕਾਰ ਤੈਅ ਕਰੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਨੇ ਉਹ ਸਾਰੀਆਂ ਚੀਜ਼ਾਂ ਖਰੀਦਣੀਆਂ ਨੇ। ਇਹ ਇੱਕ ਭੰਬਲ ਭੂਸੇ ਵਾਲੀ ਸਥਿਤੀ ਆ। ਜਾਣ ਬੁੱਝ ਕੇ ਇਹ ਉਲਝਣਾਂ ਜਿਹੜੀਆਂ ਆ ਪੈਦਾ ਕੀਤੀਆਂ ਜਾ ਰਹੀਆਂ। ਉਹ ਚਾਹੇ ਤੇ ਸਰਕਾਰ ਦੇ ਲੋਕ ਕਰ ਰਹੇ ਨੇ, ਚਾਹੇ ਕਾਰਪੋਰੇਟ ਸੈਕਟਰ ਦੇ ਲੋਕ ਕਰ ਰਹੇ ਨੇ। ਉਹਨਾਂ ਪਿੱਛੇ ਮਨਸ਼ਾ ਜਾਂ ਤੇ ਉਹ ਕਰਨਾ ਨਹੀਂ ਚਾਹੁੰਦੇ ਜਾਂ ਉਹ ਕਿਸਾਨਾਂ ਨੂੰ ਇਕਜੁੱਟ ਨਹੀਂ ਹੋਣ ਦੇਣਾ ਚਾਹੁੰਦੇ। ਖੱਟੜ ਦਾ ਜਾਂ ਕਿਸੇ ਵੀ ਹੋਰ ਦਾ ਕਹਿ ਦੇਣਾ ਕਿ MSP ਜਿਹੜੀ ਆ ਉਹ ਲਾਗੂ ਨਹੀਂ ਕੀਤੀ ਜਾ ਸਕਦੀ, ਉਹ ਬਿਲਕੁਲ ਨਿਰਾਧਾਰ ਗੱਲਾਂ ਨੇ। ਉਹ ਤਨਖਾਹ ਇੰਨੀ ਕੁ ਮਾੜੀ ਆ, ਇੰਨੀ ਕੁ ਘੱਟ ਆ ਕਿ ਜਿਸ ਤੋਂ ਵੱਧ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਾ ਫੀਸ ਦਿੰਦਾ ਮਹੀਨੇ ਦੀ ਤੇ ਉਨੀ ਤਨਖਾਹ ਉਹਨਾਂ ਅਧਿਆਪਕਾਂ ਨੂੰ ਨਹੀਂ ਮਿਲਦੀ। ਇਹ ਕਹਿੰਦੇ ਜ਼ਰੂਰ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਸਰਕਾਰਾਂ ਆ, ਅਸੀਂ ਸਿੱਖਿਆ ਨੂੰ ਬਹੁਤ ਉੱਚਾ ਚੱਕਣਾ ਚਾਹੁੰਦੇ ਆ, ਅਸੀਂ ਸਿਹਤ ਸੇਵਾਵਾਂ ਨੂੰ ਬਹੁਤ ਉੱਚਾ ਚੱਕਣਾ ਚਾਹੁੰਦੇ ਆ, ਪਰ ਇਹ ਚੁੱਕਦੇ ਨਹੀਂ। ਇੱਕ ਇਹ ਚਲਨ ਬਣ ਗਿਆ ਕਿ 4 ਸਾਲ ਸਰਕਾਰ ਚਲਾਈ ਜਾਓ ਆਪਣੀ ਮਰਜ਼ੀ ਦੀ ਤੇ 5ਵੇਂ ਸਾਲ ਆ ਕੇ ਲੋਕਾਂ ਨੂੰ ਖੁਸ਼ ਕਰ ਦਿਓ, ਕੱਚਿਆਂ ਨੂੰ ਪੱਕੇ ਕਰ ਦਿਓ, ਨਵੇਂ ਵਾਅਦੇ ਕਰ ਦਿਓ, ਨਵੀਆਂ ਪੋਸਟਾਂ ਕੁਝ ਕੁ ਭਰ ਦਿਓ ਤੇ ਐਲਾਨ ਕਰ ਦਿਓ ਤੇ ਇਲੈਕਸ਼ਨ ਮੋਡ ਦੇ ਵਿੱਚ ਆ ਜਾਓ ਤੇ ਫਿਰ ਸਰਕਾਰ ਬਣਾ ਲਓ। ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਹੋਵੇ ਤੇ ਚਾਹੇ ਉਹ ਹੋਵੇ ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ, ਇੱਥੇ ਹਰ ਡਿਪਾਰਟਮੈਂਟ ਜਿਹੜਾ ਆ ਉਹ ਧਰਨੇ ਲਾ ਕੇ ਬੈਠਾ ਹੋਇਆ। ਫਾਈਨਾਂਸ ਮੰਤਰੀ ਨੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਤੇ ਭਾਈ ਚੌਧਰੀ ਹੋ, ਤੁਸੀਂ ਸਟੇਟ ਦੇ ਮੁਖੀ ਹੋ ਤੇ ਖਜ਼ਾਨਾ ਭਰਨਾ ਕਿਹਨੇ ਆ? ਤੁਸੀਂ ਜਿਸ ਦਿਨ ਦੇ ਆਏ ਹੋ ਤੁਸੀਂ ਉਸ ਦਿਨ ਦੀਆਂ ਅਖਬਾਰਾਂ ਕਢਾ ਕੇ ਦੇਖੋ ਤੁਸੀਂ ਕਿੰਨੇ ਲੱਖ ਰੁਪਏ ਦੇ ਇਸ਼ਤਿਹਾਰ ਸਰਕਾਰੀ ਕਾਗਜ਼ਾਂ ਦੇ ਵਿੱਚ ਦੇ ਚੁੱਕੇ ਹੋ। ਤੁਸੀਂ ਹਰ ਗੱਲ ਦੇ ਵਿੱਚ ਦਿੱਲੀ ਨਾਲ ਕੰਪੈਰੀਜ਼ਨ ਕਰਦੇ ਹੋ ਕਿਉਂਕਿ ਦਿੱਲੀ ਵਾਲੀ ਸਰਕਾਰ ਜਾਂ ਦਿੱਲੀ ਵਾਲੀ ਪਾਰਟੀ ਇੱਥੇ ਚੋਣਾਂ ਲੜਨ ਲਈ ਆ ਰਹੀ ਹੈ ਇਸ ਕਰਕੇ। ਤੇ ਜੇਕਰ ਇੱਕ 에ਅਰਪੋਰਟ ਬਣਾਉਣ ਦੇ ਨਾਲ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਰੁਜ਼ਗਾਰ ਪੈਦਾ ਹੁੰਦੇ ਨੇ ਤੇ ਫਿਰ ਤੁਸੀਂ ਭਲਿਓ ਲੋਕੋ ਉਹ 7 ਜਾਂ 8 에ਅਰਪੋਰਟ ਜਿਹੜੇ ਸਾਲ ਦੀ ਸਾਲ ਉਹ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਵੇਚੀ ਜਾਂਦੇ ਹੋ? ਰੋਜ਼ ਹੀ ਤੁਸੀਂ ਇੱਕ ਨਵੀਂ ਉਦਘਾਟਨ ਕਰ ਦਿੰਦੇ ਆ। ਜਿੰਨੀਆਂ ਤੁਸੀਂ ਯੋਜਨਾਵਾਂ ਸ਼ੁਰੂ ਕੀਤੀਆਂ ਉਹਨਾਂ ਨੂੰ ਕਦੇ ਬੈਠ ਕੇ ਨਿੱਠ ਕੇ ਉਹਨਾਂ ਤੇ ਐਨਾਲਿਸਿਸ ਕਰੋ ਕਿ ਪੂਰੀਆਂ ਕਿੰਨੀਆਂ ਕੀਤੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ, ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਤੇ ਮੁਲਕ ਦੀ ਰਾਜਨੀਤੀ ਦੇ ਵੀ ਕੁਝ ਪੰਨੇ ਖੋਲਾਂਗੇ। ਅੱਜ ਦੇ ਪ੍ਰੋਗਰਾਮ 'ਚ ਸਾਡਾ ਸਾਥ ਦੇਣਗੇ ਸਾਡੇ ਐਕਸਪਰਟ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਸਵਲੀਨ ਜੀ, ਸ਼ੁਕਰੀਆ ਜੀ। ਕਿੰਨੇ ਦਿਨਾਂ ਬਾਅਦ ਕਿਸਾਨ ਅੰਦੋਲਨ ਦੀਆਂ ਗੱਲਾਂ, ਕਿਸਾਨ ਅੰਦੋਲਨ ਦੀਆਂ ਖਬਰਾਂ ਸੁਰਖੀਆਂ ਬਣੀਆਂ ਹੋਈਆਂ ਨੇ ਦੁਬਾਰਾ, ਜਦੋਂ ਦਾ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਆ ਕਿ ਮੈਂ ਮਾਫੀ ਮੰਗਦਾ ਤੁਹਾਡੇ ਕੋਲੋਂ ਤੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਂਦਾ, ਤੁਸੀਂ ਘਰਾਂ ਨੂੰ ਚਲ ਜਾਓ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਕਿ ਮੈਨੂੰ ਹੁਣ ਆਸ ਆ ਕਿ ਆਪਣੇ ਪਰਿਵਾਰਾਂ ਸਮੇਤ ਕਿਸਾਨ ਜਿਹੜੇ ਨੇ ਵਾਪਸ ਮੁੜਨਗੇ। ਉਸ ਤੋਂ ਬਾਅਦ ਅੱਜ ਮੀਟਿੰਗ ਹੁੰਦੀ ਹੈ ਸੰਯੁਕਤ ਕਿਸਾਨ ਮੋਰਚਾ ਦੀ, ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਮੀਟਿੰਗ ਤੋਂ ਬਾਅਦ ਕੀ ਫੈਸਲਾ ਲਿਆ ਗਿਆ? ਕਿਸਾਨ ਹੁਣ ਵਾਪਸ ਆ ਜਾਣਗੇ? ਦੇਖੋ ਸਵਲੀਨ ਜੀ, ਸ਼੍ਰੀ ਨਰਿੰਦਰ ਦਮੋਦਰ ਦਾਸ ਮੋਦੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ, ਅਚਾਨਕ 19 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਟੈਲੀਵਿਜ਼ਨ ਦੀ ਸਕਰੀਨ ਤੇ ਆਉਂਦੇ ਨੇ ਤੇ ਉਹ ਆਪਣੇ 20-22 ਮਿੰਟ ਦੇ ਸੰਬੋਧਨ ਦੇ ਵਿੱਚ ਮੁਖਤਸਰ ਜਿਹੀਆਂ ਗੱਲਾਂ ਕਰਦੇ ਨੇ। ਸਭ ਤੋਂ ਉਹਦੇ ਵਿੱਚ ਮੁੱਖ ਗੱਲ ਇਹ ਸੀ ਕਿ ਅਸੀਂ ਕੁਝ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਫਾਇਦੇ ਸਮਝਾਉਣ ਦੇ ਵਿੱਚ ਸਫਲ ਨਹੀਂ ਹੋਏ। ਇਸ ਕਰਕੇ ਉਹਨਾਂ ਨੇ ਮਾਫੀ ਵੀ ਮੰਗੀ ਤੇ ਨਾਲ ਦੀ ਨਾਲ ਉਹਨਾਂ ਨੇ ਗੱਲ ਕੀ ਕਿ ਅਸੀਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਂਦੇ ਹਾਂ ਜੀ। ਉਹਨਾਂ ਦਾ ਅਚਾਨਕ ਟੀਵੀ ਤੇ ਆਉਣਾ ਤੇ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈ ਲੈਣਾ ਬਹੁਤ ਸਾਰੇ ਸਵਾਲ ਖੜੇ ਕਰ ਗਿਆ। ਹਾਲਾਂਕਿ ਉਹਦੇ ਨਾਲ ਸਭ ਤੋਂ ਵੱਡਾ ਸਵਾਲ ਜਿਹੜਾ ਸੀ ਉਹਦਾ ਹੱਲ ਵੀ ਕੀਤਾ ਗਿਆ ਕਿ ਇਹ 3 ਕਾਨੂੰਨ ਜਿਨ੍ਹਾਂ ਦੀ ਵਾਪਸੀ ਦੀ 100 ਸਾਲ ਤੋਂ ਗੱਲ ਚੱਲ ਰਹੀ ਸੀ, 1.25 ਸਾਲ ਤੋਂ ਗੱਲ ਚੱਲ ਰਹੀ ਸੀ, ਜੂਨ ਦੀ ਜੇ ਗੱਲ ਕਰੀਏ ਤੇ 1.5 ਸਾਲ ਤੋਂ ਗੱਲ ਚੱਲ ਰਹੀ ਸੀ, ਉਹਨਾਂ ਨੂੰ 1 ਮਿੰਟ 'ਚ ਉਹਨਾਂ ਨੇ ਆ ਕੇ ਤੇ ਉਸ ਗੱਲ ਲਈ ਮਾਫੀ ਮੰਗ ਕੇ ਤੇ ਉਹਨਾਂ ਕਾਨੂੰਨਾਂ ਨੂੰ ਵਾਪਸ ਲੈ ਕੇ ਉਹ ਜਿਹੜੀ ਸਮੱਸਿਆ ਸੀ ਉਹ ਹੱਲ ਕਰ ਦਿੱਤੀ। ਪਰ
ਜੇਕਰ ਅਸੀਂ ਉਹਨਾਂ ਕਾਨੂੰਨਾਂ ਦੇ ਸ਼ੁਰੂਆਤੀ ਦੌਰ 'ਚ ਪਹੁੰਚੀਏ ਤੇ ਸਵਲੀਨ ਜੀ ਮਸਲਾ ਇੱਥੇ ਹੀ ਖੜਾ ਸੀ ਕਿ ਜੇ 3 ਕਾਨੂੰਨ ਵਾਪਸ ਲੈਣੇ ਸੀ ਤੇ ਉਹ ਜੂਨ ਦੇ ਵਿੱਚ ਲਏ ਜਾਂਦੇ, ਜੁਲਾਈ 'ਚ ਲਏ ਜਾਂਦੇ ਤੇ ਡਿਮਾਂਡ ਹੀ ਇਹ ਸੀ ਕਿ ਇਹ ਕਾਨੂੰਨ ਸਾਨੂੰ ਨਹੀਂ ਚਾਹੀਦੇ। ਜਿੱਦਾਂ ਜਿੱਦਾਂ ਕਿੜ ਵੱਧਦੀ ਗਈ, ਜਿੱਦਾਂ ਜਿੱਦਾਂ ਜਿੱਦ ਵੱਧਦੀ ਗਈ, ਜਿੱਦਾਂ ਜਿੱਦਾਂ ਸਮਾਂ ਬੀਤਦਾ ਗਿਆ, 25-30 ਹਜ਼ਾਰ ਤੋਂ ਜ਼ਿਆਦਾ ਤੇ ਕਿਸਾਨਾਂ ਦੇ ਉੱਤੇ ਕ੍ਰਿਮੀਨਲ ਪਰਚੇ ਦਰਜ ਹੋਏ ਨੇ ਇਸ 1 ਸਾਲ ਦੇ ਦੌਰਾਨ। ਨਾਲ ਦੀ ਨਾਲ MSP ਜਿਹੜੀ ਆ ਉਹ ਹੁਣ ਇਹਨਾਂ ਕਾਨੂੰਨਾਂ ਨਾਲੋਂ ਵੀ ਵੱਡਾ ਮੁੱਦਾ ਬਣਿਆ ਹੋਇਆ, ਕਿਉਂਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ, ਕਿਸੇ ਵੀ ਫਸਲ ਜਿਹੜੀ ਉਪਜ ਕਿਸਾਨ ਉਪਜਾਉਂਦਾ ਆ ਉਹਨੂੰ ਵੱਢ ਕੇ, ਕੱਟ ਕੇ, ਛਾਣ ਕੇ, ਸਵਾਰ ਕੇ ਮੰਡੀ 'ਚ ਲੈ ਕੇ ਆਉਂਦਾ, ਉਹਦੀ ਕੀਮਤ ਕੀ ਮਿਲਣੀ ਆ ਉਹ ਸਰਕਾਰ ਤੈਅ ਨਹੀਂ ਕਰਦੀ। ਉਸ ਚੀਜ਼ ਨੂੰ ਲੈ ਕੇ ਵੀ ਜਿਹੜਾ ਇੱਕ ਸੰਸ਼ਾ ਆ, ਇੱਕ ਜਿਹੜੀ ਸਮੱਸਿਆ ਆ, ਇੱਕ ਜਿਹੜੀ ਸਵਾਲ ਆ, ਇੱਕ ਜਿਹੜੀ ਪ੍ਰੋਬਲਮ ਆ ਉਹ ਬਣੀ ਹੋਈ ਆ। ਤੇ ਇਹ ਗੱਲ ਮੰਨਣੀ ਪਏਗੀ ਕਿ ਇਹ 3 ਕਾਨੂੰਨਾਂ ਨਾਲੋਂ ਵੀ ਉਹ ਇੱਕ ਵੱਡੀ ਸਮੱਸਿਆ ਜੀ। ਹੁਣ ਗੱਲ ਅਸੀਂ ਉਹ ਸਾਰੀਆਂ ਚੀਜ਼ਾਂ ਅਸੀਂ ਜਾਣਦੇ ਹਾਂ ਤੇ ਦੁਬਾਰਾ ਜਦੋਂ ਅਸੀਂ ਉਸ ਦਿਨ ਤੋਂ ਬਾਅਦ ਦੀ ਗੱਲ ਕਰਦੇ ਹਾਂ ਤੇ ਸਾਰੇ ਦੇਸ਼ ਨੇ ਇਹ ਗੱਲ ਕਹੀ ਕਿ ਕਿਸਾਨਾਂ ਨੂੰ ਹੁਣ ਵਾਪਸ ਆ ਜਾਣਾ ਚਾਹੀਦਾ। ਸਾਰੇ ਦੇਸ਼ ਤੋਂ ਮੇਰੀ ਮੁਰਾਦ BJP ਦੇ ਵੱਡੇ ਆਗੂ, ਜਿਹੜੇ ਸਰਕਾਰ ਨੂੰ ਹੀ ਦੇਸ਼ ਸਮਝਦੇ ਨੇ, ਜਿਹੜੇ BJP ਨੂੰ ਹੀ ਦੇਸ਼ ਦੀ ਇੱਕਮਾਤਰ ਪਾਰਟੀ ਸਮਝਦੇ ਨੇ। ਤੇ ਉਹਦੇ ਵਿੱਚ ਕੁਝ ਨਵੇਂ ਜਦੋਂ ਉਹ ਕਹਿੰਦੇ ਨਾ, ਜਦੋਂ ਬੰਦਾ ਨਵਾਂ ਧਾਰਮਿਕ ਹੁੰਦਾ ਤੇ ਬਹੁਤ ਉੱਚੀ ਸ਼ਬਦ ਗਾਇਨ ਕਰਦਾ, ਜਦੋਂ ਨਵਾਂ ਧਾਰਮਿਕ ਹੁੰਦਾ ਤੇ ਬਹੁਤ ਉੱਚੀ ਭਜਨ ਗਾਉਂਦਾ। ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਨਵੇਂ BJP ਦੇ ਆੜੀ ਬਣਿਆ ਤੇ ਉਹਨਾਂ ਨੇ ਵੀ ਬਹੁਤ ਜ਼ੋਰ ਸ਼ੋਰ ਨਾਲ ਇਹ ਮੰਗ ਉਠਾਈ ਕਿ ਕਿਸਾਨਾਂ ਨੂੰ ਹੁਣ ਵਾਪਸ ਆ ਜਾਣਾ ਚਾਹੀਦਾ ਜੀ। ਪਰ ਦੇਖੋ, ਇੱਕ ਬਹੁਤ ਵੱਡੀ ਪਹਿਲ ਸੀ ਪ੍ਰਧਾਨ ਮੰਤਰੀ ਜੀ ਦੀ ਕਿ ਉਹਨਾਂ ਨੇ ਉਹਨਾਂ 3 ਕਾਨੂੰਨਾਂ ਨੂੰ ਵਾਪਸ ਕਰਨ ਦੀ ਗੱਲ ਕੀਤੀ। ਪਰ ਨਾਲ ਦੀ ਨਾਲ ਇੱਕ ਹੋਰ ਵੀ ਗੱਲ ਆ ਕਿ ਗੱਲ ਜਿਹੜੀ ਆ ਉਹ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਨਹੀਂ ਕੀਤੀ ਜਾਣੀ ਚਾਹੀਦੀ, ਉਹ ਡਾਇਲੌਗ ਦੇ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ। 10-11 ਵਾਰ ਤੁਸੀਂ ਗੱਲਾਂ ਕੀਤੀਆਂ ਤੇ ਉਦੋਂ ਤੁਸੀਂ ਡਾਇਲੌਗ ਨੂੰ ਬ੍ਰੇਕ ਕਰਤਾ ਕਿ ਅਸੀਂ ਤਦ ਤੱਕ ਕਿਸਾਨਾਂ ਨਾਲ ਗੱਲ ਨਹੀਂ ਕਰਨੀ ਜਦ ਤੱਕ ਤੁਸੀਂ ਸਾਡੀ ਸ਼ਰਤ ਨਹੀਂ ਮੰਨਦੇ। ਤੇ ਫਿਰ ਇੱਕ ਦਿਨ ਉੱਠ ਕੇ ਤੁਸੀਂ ਗੁਰੂ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਉੱਠ ਕੇ ਐਲਾਨ ਕਰ ਦਿੰਦੇ ਆ। ਤੇ ਇਸ ਚੀਜ਼ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਵੱਖਰੇ ਨਜ਼ਰੀਏ ਨਾਲ ਵੀ ਦੇਖਿਆ ਜਾਂਦਾ ਸਵਲੀਨ ਜੀ। ਬਹੁਤ ਸਾਰੇ ਲੋਕਾਂ ਦਾ, ਬਹੁਤ ਸਾਰੀ ਬਰੀਕ ਸੋਚ ਰੱਖਣ ਵਾਲੇ ਲੋਕਾਂ ਦਾ ਇਹ ਵੀ ਖਿਆਲ ਆ ਕਿ ਇਸ ਅੰਦੋਲਨ ਨੂੰ ਖਤਮ ਕਰ ਦਿੱਤਾ ਗਿਆ, ਇਸ ਅੰਦੋਲਨ ਦੀਆਂ ਡਿਮਾਂਡ ਜਿਹੜੀਆਂ ਉਹ ਮੰਨ ਲਈਆਂ ਗਈਆਂ ਤੇ ਨਾਲ ਦੀ ਨਾਲ ਜਿਹੜਾ BJP ਦਾ ਇੱਕ ਏਜੰਡਾ ਆ ਉਹਨੂੰ ਫੇਰ ਇਸ ਅੰਦੋਲਨ ਦੇ ਉੱਤੇ ਵੀ ਹਾਵੀ ਕਰਕੇ ਤੇ ਆਪਣੀ ਜਿਹੜੀ ਸਿੱਧੀ ਆ ਉਹਦੇ ਵੱਲ ਨੂੰ ਫੇਰ ਇੱਕ ਕਦਮ ਅੱਗੇ ਵਧਾ ਲਿਆ ਗਿਆ ਜੀ। ਅਸੀਂ ਜਾਣਦੇ ਹਾਂ ਕਿ BJP ਦੀ ਜਿਹੜੀ ਸਾਰੀ ਦੀ ਸਾਰੀ ਸਿਆਸਤ ਆ ਉਹ ਧਾਰਮਿਕ ਪੋਲਰਵਾਦ, ਧਾਰਮਿਕ ਵੰਡ ਦੇ ਉੱਤੇ ਟਿਕੀ ਹੋਈ ਆ। ਉਹਨਾਂ ਨੇ ਫਿਰ ਇੱਥੇ ਇਸ ਚੀਜ਼ ਦਾ ਇੱਕ ਨਵਾਂ ਜਿਹੜਾ ਧਰੁਵੀਕਰਨ ਕਰ ਦਿੱਤਾ ਕਿ ਸਿੱਖਾਂ ਦੇ ਇੱਕ ਬਹੁਤ ਵੱਡੇ ਦਿਨ ਦੇ ਉੱਤੇ ਇਸ ਕਾਨੂੰਨ ਨੂੰ ਮੰਨ ਕੇ, ਇਸ ਅੰਦੋਲਨ ਨੂੰ ਕਿਸਾਨਾਂ ਦਾ ਨਾਮ ਮੰਨ ਕੇ ਤੇ ਸਿੱਖਾਂ ਨਾਲ ਜੋੜ ਕੇ ਤੇ ਉਹਨੂੰ ਹੱਲ ਕਰਕੇ ਤੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ। ਨਾਲ ਦੀ ਨਾਲ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਜੀ, ਜਿਹਦੇ ਲਈ ਪਹਿਲਾਂ ਵੀ 2-3 ਕਦਮ ਪ੍ਰਧਾਨ ਮੰਤਰੀ ਸਾਹਿਬ ਪੁੱਟ ਚੁੱਕੇ ਹਨ। ਚਾਹੇ ਉਹ ਇੱਕ ਕਾਲੀ ਸੂਚੀ ਦੇ ਖਤਮ ਕਰਨ ਦੀ ਗੱਲ ਸੀ, ਚਾਹੇ ਇਸ ਲਾਂਘੇ ਨੂੰ ਖੋਲ੍ਹਣ ਦੀ ਗੱਲ ਸੀ ਤੇ ਚਾਹੇ 20 ਮਹੀਨਿਆਂ ਬਾਅਦ ਇਸੇ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਗੱਲ ਸੀ, ਚਾਹੇ ਅੰਤਰਰਾਸ਼ਟਰੀ ਆਉਂਦੇ ਫੰਡ ਦੀ ਪੰਜਾਬ ਦੇ ਵਿੱਚ ਆਉਣ ਦੇਣ ਦੀ ਗੱਲ ਸੀ ਤੇ ਚਾਹੇ ਲੰਗਰ ਤੋਂ GST ਨੂੰ ਖਤਮ ਕਰਨ ਦੇਣ ਦੀ ਗੱਲ ਸੀ। ਜੇਕਰ ਕਿਸਾਨ ਅੰਦੋਲਨ ਨੂੰ ਛੱਡ ਦਈਏ ਤੇ ਕੋਈ ਅਜਿਹੀ ਗੱਲ ਨਹੀਂ ਸੀ BJP ਨੇ ਜਿਹੜੀ ਪੰਜਾਬ ਵਿਰੋਧੀ ਕੀਤੀ ਹੋਵੇ ਜਾਂ ਖਾਸ ਤੌਰ ਤੇ ਕਹਿ ਲਈਏ ਸਿੱਖ ਵਿਰੋਧੀ ਕੀਤੀ ਹੋਵੇ ਜੀ। ਪਰ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਕੋਈ ਐਸੀ ਗੱਲ ਨਹੀਂ BJP ਨੇ ਜਿਹੜੀ ਕਿ ਮੁਸਲਮਾਨਾਂ ਦੇ ਵਿਰੁੱਧ ਦੇ ਵਿੱਚ ਜਾਂ ਕਿਸੇ ਖਾਸ ਫਿਰਕੇ ਦੇ ਵਿਰੁੱਧ ਦੇ ਵਿੱਚ ਨਾ ਕੀਤੀ ਹੋਵੇ। ਸੋ ਇਸ ਅੰਦੋਲਨ ਦੀ 1 ਸਾਲ ਨੂੰ ਉਹਨਾਂ ਦੇ 2-4 ਮਿੰਟ ਦੇ 10 ਮਿੰਟ ਦੇ ਭਾਸ਼ਣ ਨਾਲ ਖਤਮ ਕਰ ਦੇਣਾ ਵੀ ਉਹਨਾਂ ਦੀ ਇੱਕ ਖਾਸ ਤਰ੍ਹਾਂ ਦੀ ਪ੍ਰਵਿਰਤੀ ਨੂੰ ਦਰਸਾਉਂਦਾ ਆ ਕਿ ਉਹ ਡਾਇਲੌਗ ਦੇ ਵਿੱਚ ਯਕੀਨ ਨਹੀਂ ਰੱਖਦੇ। ਇਸੇ ਕਰਕੇ ਉਹਨਾਂ ਨੇ ਕੋਈ ਇੰਟਰਵਿਊ, ਕੋਈ ਮੁਲਾਕਾਤ ਕਿਸੇ ਨਾਲ ਨਹੀਂ ਕੀਤੀ। ਇਸੇ ਕਰਕੇ ਉਹ ਸਿਰਫ ਮਨ ਕੀ ਬਾਤ ਕਰਦੇ ਨੇ ਜੀ। ਇਸੇ ਤਰੀਕੇ ਨਾਲ ਜਦੋਂ ਦਿਲ ਕਰਦਾ ਹੈ ਸ਼ਾਮ ਨੂੰ ਆ ਕੇ ਨੋਟਬੰਦੀ ਕਰਦੇ ਨੇ, ਜਦੋਂ ਦਿਲ ਕਰਦਾ ਹੈ ਕਾਨੂੰਨ ਲਾਗੂ ਕਰ ਦਿੰਦੇ ਨੇ, ਜਦੋਂ ਦਿਲ ਕਰਦਾ ਹੈ ਆਰਡੀਨੈਂਸ ਲੈ ਕੇ ਆਉਂਦੇ ਨੇ, ਲੋਕ ਸਭਾ ਤੋਂ ਪਾਸ ਕਰਾਉਂਦੇ ਨੇ, ਰਾਜ ਸਭਾ ਤੋਂ ਧਵਨੀ ਮਤ ਨਾਲ ਹੀ ਪਾਸ ਕਰਵਾ ਲੈਂਦੇ ਨੇ ਤੇ ਰਾਸ਼ਟਰਪਤੀ ਤੋਂ ਵੀ ਤੁਰੰਤ ਹੀ ਦੂਸਰੇ ਦਿਨ ਜਾਂ ਤੀਸਰੇ ਦਿਨ ਹੀ ਪਾਸ ਕਰਵਾ ਲਏ ਜਾਂਦੇ ਨੇ ਜੀ। 1 ਸਾਲ ਉਹ ਗਲ 'ਚ ਢੋਲ ਪਾ ਕੇ ਸਾਰੀ ਦੀ ਸਾਰੀ ਲੀਡਰਸ਼ਿਪ ਘੁੰਮਦੀ ਰਹੀ ਕਿ ਕਾਨੂੰਨ ਵਾਪਸ ਨਹੀਂ ਹੋਣਗੇ, ਕਾਨੂੰਨ ਵਾਪਸ ਨਹੀਂ ਹੋਣਗੇ। ਪੰਜਾਬ ਦੇ ਵਿੱਚ ਤੇ ਸੱਟਾ ਲੱਗਣਾ ਸ਼ੁਰੂ ਹੋ ਗਿਆ ਸੀ ਇਸ ਗੱਲ ਦੇ ਉੱਤੇ ਕਿ ਕਾਨੂੰਨ ਵਾਪਸ ਹੋਣੇ ਆ ਕਿ ਨਹੀਂ ਹੋਣੇ ਜੀ।
ਰਿਸ਼ਤੇਦਾਰੀਆਂ ਦੇ ਵਿੱਚ ਲੋਕ ਜਿਹੜੇ ਇੱਕ ਪਾਸੜ ਸੀ ਉਹ ਦੂਜਿਆਂ ਰਿਸ਼ਤੇਦਾਰੀਆਂ ਛੱਡ ਕੇ ਚਲੇ ਗਏ ਕਿ ਅਸੀਂ ਤੁਹਾਡੇ ਨਾਲ ਨਹੀਂ, ਤੁਸੀਂ ਤੇ ਮੋਦੀ ਪੱਖੀ ਹੋ। ਜਾਂ ਫਿਰ ਦੂਜੇ ਲੋਕ ਕਹਿਣ ਲੱਗ ਗਏ ਕਿ ਤੁਸੀਂ ਤੇ ਪ੍ਰਧਾਨ ਮੰਤਰੀ ਨਹੀਂ ਸਮਝਦੇ, ਤੇ ਬਹੁਤ ਸਾਰੀਆਂ ਗੱਲਾਂ ਹੋਰ ਵੀ ਹੋਈਆਂ ਜੀ। ਪਰ ਫਿਰ ਅਚਾਨਕ ਆ ਕੇ ਸਕਰੀਨ ਦੇ ਉੱਤੇ ਕਹਿ ਦੇਣਾ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਿਰਾਧਾਰ ਸੀ, ਉਸ 1 ਸਾਲ ਨੂੰ ਤੁਸੀਂ ਬਾਹਰ ਹੀ ਕੱਢ ਦਿਓ ਤੇ ਉਹ ਸਾਰਾ ਕੁਝ ਹੱਲ ਹੋ ਗਿਆ। ਹੁਣ ਜੇ ਅਸੀਂ ਅੱਜ ਕਿਸਾਨ ਮੋਰਚੇ ਦੀ ਮੀਟਿੰਗ ਦੇ ਉੱਤੇ ਆਈਏ, ਸੰਯੁਕਤ ਕਿਸਾਨ ਮੋਰਚਾ, ਜਿਹਦੇ ਚ 32 ਪੰਜਾਬ ਦੀਆਂ ਜਥੇਬੰਦੀਆਂ, ਹਰਿਆਣੇ ਦੀਆਂ ਜਥੇਬੰਦੀਆਂ ਤੇ ਸਾਰੇ ਭਾਰਤ ਦੀਆਂ ਜਥੇਬੰਦੀਆਂ ਦੇ ਲੋਕ ਸ਼ਾਮਲ ਨੇ ਜੀ। ਉਹਨਾਂ ਨੇ ਜਿਹੜੀ ਮੀਟਿੰਗ ਕੀਤੀ, ਦੇਖੋ ਉਹ ਲੋਕ ਉਹ ਨੇ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਖੜਾ ਕੀਤਾ, ਦਿੱਲੀ ਲੈ ਕੇ ਆਂਦਾ, ਜਿੱਤਿਆ। ਚਾਹੇ ਉਹਦੀ ਜਿੱਤ ਜਿਹੜੀ ਆ ਹਾਲੇ ਅੱਧੀ ਹੋਈ ਆ ਜਾਂ 60% ਹੋਈ ਆ, 70% ਹੋਈ ਆ, ਤੁਸੀਂ ਉਹਨੂੰ ਪਰਸੈਂਟੇਜ ਹਿਸਾਬ ਨਾਲ ਜਿੱਥੇ ਮਰਜ਼ੀ ਰੱਖ ਲਓ। ਬਿਲਕੁਲ ਅੰਦੋਲਨ ਨੂੰ ਠੁੰਮਣਾ ਦੇਣ ਵਾਲੇ ਲੋਕ ਨੇ। ਬਿਲਕੁਲ ਉਹਨਾਂ ਨੇ ਜਿਹੜੀ ਹੁਣ ਮੀਟਿੰਗ ਕੀਤੀ ਜਾਂ ਉਸ ਦਿਨ ਜਿਹੜੀ ਉਹਨਾਂ ਦੀ ਤੁਰੰਤ ਪ੍ਰਤੀਕਿਰਿਆ ਵੀ ਸੀ, ਜਿਹੜਾ ਕੈਮਰਾਮੈਨ ਜਿਹੜਾ ਜਰਨਲਿਸਟ ਉਹਨਾਂ ਦੇ ਕੋਲ ਉਸ ਵੇਲੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਉੱਥੇ ਸੀ, ਜਿਨ੍ਹਾਂ ਨਾਲ ਵੀ ਉਹਨਾਂ ਨੇ ਗੱਲ ਕੀਤੀ, ਉਹਨਾਂ ਸਾਰਿਆਂ ਨੇ ਇਹੀ ਕਿਹਾ ਕਿ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ। ਪ੍ਰਧਾਨ ਮੰਤਰੀ ਸਾਹਿਬ ਨੇ ਜੋ ਵੀ ਕਿਹਾ, ਜੋ ਵੀ ਕੀਤਾ, ਉਹ ਬਹੁਤ ਚੰਗਾ ਆ। ਪਰ ਇਹ ਸਾਰਾ ਕੁਝ ਨਹੀਂ ਹੈ। ਇਹਦੇ ਨਾਲ ਦੀ ਨਾਲ 3-4 ਚੀਜ਼ਾਂ ਜਿਹੜੀਆਂ ਰਹਿ ਗਈਆਂ, ਉਹਦੀ ਵੀ ਉਹਨਾਂ ਨੇ ਗੱਲ ਕੀਤੀ ਜੀ। ਉਹਦੇ ਵਿੱਚ ਸਭ ਤੋਂ ਵੱਡੀ ਮੰਗ ਤੇ ਇਹ ਸੀ ਕਿ ਜਿਹੜੇ ਲੋਕ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ, ਜਿਹੜੇ ਅੰਦੋਲਨ ਦੇ ਦੌਰਾਨ ਅੰਦੋਲਨ ਵਿੱਚ ਸ਼ਮੂਲੀਅਤ ਕਰਦੇ ਸੀ, ਆਪਣੀ ਜਾਨ ਗਵਾ ਗਏ, ਉਹਨਾਂ ਲਈ ਵੀ ਸਰਕਾਰ ਕੁਝ ਬੋਲੇ ਜੀ, ਸ਼ਰਧਾਂਜਲੀ ਦੇਵੇ ਤੇ ਨਾਲ ਦੀ ਨਾਲ ਉਹਨਾਂ ਦੀ ਕੁਝ ਮਦਦ ਵੀ ਕਰੇ। ਦੇਖੋ ਤੇਲੰਗਾਨਾ ਵਰਗੀ ਸਟੇਟ ਨੇ ਉਹਨਾਂ ਨੂੰ 3-3 ਲੱਖ ਦੇਣ ਦਾ ਐਲਾਨ ਕੀਤਾ, ਪੰਜਾਬ ਸਰਕਾਰ ਨੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕੀਤੀ, ਤੇ ਸੈਂਟਰ ਦੀ ਸਰਕਾਰ ਨੇ ਹਾਲੇ ਤੱਕ ਉਹਨਾਂ ਲਈ ਇੱਕ ਸ਼ਬਦ ਵੀ ਨਹੀਂ ਉਚਾਰਿਆ ਜੀ। ਨਾਲ ਦੀ ਨਾਲ MSP ਦੀ ਗੱਲ ਵੀ ਜਿਹੜੀ ਆ ਉਹ ਇੱਕ ਵੱਡਾ ਸਵਾਲ ਬਣ ਕੇ ਸਾਹਮਣੇ ਆਉਂਦੀ ਆ। ਤੇ ਫਿਰ ਉਸੇ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਦੌਰਾਨ ਵੱਖ-ਵੱਖ ਥਾਵਾਂ ਤੇ ਸਾਰੇ ਦੇਸ਼ ਵਿੱਚ ਕਿਸਾਨਾਂ ਤੇ ਹੋਏ ਜਿਹੜੇ ਪਰਚੇ ਆ, ਉਹਨਾਂ ਨੂੰ ਵੀ ਵਾਪਸ ਲੈਣ ਦੀ ਜਿਹੜੀ ਗੱਲ ਉਹ ਤੁਰ ਰਹੀ ਆ। ਅੱਜ ਫਿਰ ਕੀ ਨਿਬੜਿਆ? ਮੰਨੂਗੀ ਸਰਕਾਰ ਉਹਨਾਂ ਦੀਆਂ ਗੱਲਾਂ? ਮੁੜਨਗੇ ਕਿਸਾਨ ਵਾਪਸ? ਦੇਖੋ ਮੋਰਚੇ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡਾ ਜੋ ਕੁਝ ਹੁਣ ਤੱਕ ਕੀਤਾ ਉਹਦਾ ਧੰਨਵਾਦ ਵੀ ਕਰਦੇ ਹਾਂ, ਸਮਰਥਨ ਵੀ ਕਰਦੇ ਹਾਂ, ਪਰ ਅੰਦੋਲਨ ਜਿਹੜਾ ਉਹ ਹਾਲੇ ਵਾਪਸ ਨਹੀਂ ਹੋਵੇਗਾ। ਹਾਲਾਂਕਿ 29 ਤਰੀਕ ਨੂੰ ਸੰਸਦ ਮਾਰਚ ਜਿਹੜਾ ਸੀਗਾ, ਜਿੱਦਣ ਕਿ ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣਾ ਸੀ, ਉਹਨੂੰ ਮੁਲਤਵੀ ਕਰ ਦਿੱਤਾ ਗਿਆ ਜੀ। ਤੇ ਅਗਲੀ ਜਿਹੜੀ ਤਰੀਕ ਆ ਮੀਟਿੰਗ ਦੀ, ਉਹ 4 ਦਸੰਬਰ ਰੱਖ ਲਈ ਗਈ। ਉਹ 4 ਦਸੰਬਰ ਦਾ ਮਸਲਾ ਇਹ ਆ ਕਿ 4 ਤਰੀਕ ਤੱਕ 29 ਤੋਂ ਲੈ ਕੇ 3-4 ਦਿਨ ਸਰਕਾਰ ਨੂੰ ਮਿਲ ਜਾਣਗੇ। ਉਹਦੇ 'ਚ ਉਹ ਲੋਕ ਸਭਾ 'ਚ ਵੀ ਇਹਨਾਂ ਬਿੱਲਾਂ ਨੂੰ ਰੱਦ ਕਰਵਾ ਲਏਗੀ, ਰਾਜ ਸਭਾ 'ਚ ਵੀ ਕਰਵਾ ਲਏਗੀ, ਤੇ ਰਾਸ਼ਟਰਪਤੀ ਦੇ ਸਿਗਨੇਚਰ ਵੀ ਕਰਾ ਲਏ ਜਾਣਗੇ, ਕਿਉਂਕਿ ਪਹਿਲਾਂ ਵੀ ਬਹੁਤ ਕਾਹਲੀ 'ਚ ਕਰਵਾ ਲਿਆ ਸੀ, ਹੁਣ ਵੀ ਉਹ ਕਰਵਾ ਲੈਣਗੇ। ਤੇ ਨਾਲ ਦੀ ਨਾਲ ਉਹ ਜਿਹੜੀ MSP ਵਾਲੀ ਕਮੇਟੀ ਆ, ਉਹਦੇ ਉੱਤੇ ਵੀ ਕੁਝ ਕੰਮ ਹੋ ਸਕੇਗਾ। ਤੇ ਜਿਹੜੇ ਕੇਸ ਦਰਜ ਹੋਏ ਨੇ ਉਹ ਤਾਂ ਇੱਕ ਸਿਰਫ ਐਲਾਨ ਮਾਤਰ ਆ, ਉਹ ਵਾਪਸ ਜਿਹੜੇ ਆ ਉਹ ਅਗਰ ਉਹ ਐਲਾਨ ਹੋ ਜਾਂਦਾ ਤੇ ਉਹ ਜਿਹੜੇ ਕੀਤੇ ਜਾ ਸਕਣਗੇ ਜੀ। ਦੇਖੋ ਇੰਨੀ ਕਾਲ ਦੇ ਵਿੱਚ ਉੱਥੇ ਗਏ ਵੀ ਨਹੀਂ ਸਨ ਕਿਸਾਨ। ਜੂਨ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ ਨਵੰਬਰ 'ਚ ਉੱਥੇ ਪਹੁੰਚਿਆ ਸੀ, ਤੇ ਇੰਨੀ ਕਾਲ 'ਚ ਉਹਨਾਂ ਨੇ ਉੱਥੋਂ ਆਉਣਾ ਵੀ ਨਹੀਂ। ਪਰ ਨਾਲ ਦੀ ਨਾਲ ਜਿਹੜੀ ਅੰਦੋਲਨ ਦੇ ਵਿੱਚ ਜਾਂ ਕਿਸਾਨ ਮੋਰਚੇ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਗੱਲਬਾਤ ਨਾਲ ਮਸਲਾ ਹੱਲ ਹੋਣਾ ਜੀ। ਗੱਲਬਾਤ ਨਾਲ ਮਸਲਾ ਹੱਲ ਹੋਣ ਦਾ ਕਹਿਣ ਤੋਂ ਉਹਨਾਂ ਦਾ ਭਾਵ ਇਹ ਆ ਕਿ ਇਹਦੇ ਲਈ ਹਾਲੇ ਹੋਰ ਗੱਲਬਾਤ ਕਰਨ ਦੀ ਲੋੜ ਆ। ਜਿਹੜੀਆਂ ਉਹਨਾਂ ਦੀਆਂ 3-4 ਮੰਗਾਂ ਬਕਾਇਆ ਨੇ, ਉਹਨਾਂ ਦੇ ਉੱਪਰ ਵੀ ਜਿਹੜੀ ਆ ਉਹ ਗੱਲ ਹੋਵੇਗੀ, ਫੇਰ ਹੀ ਗੱਲ ਕਿਸੇ ਪਾਸੇ ਲੱਗੇਗੀ। ਸ਼ਰਮਾ ਜੀ, MSP ਤੇ ਵੀ ਗੱਲ ਕਰਦੇ ਆਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਕਰ ਰਹੇ ਸੀ ਅਸੀਂ ਕਿਸਾਨਾਂ ਦੀਆਂ ਮੰਗਾਂ ਦੀ, MSP ਦੀ ਗੱਲ ਕਰ ਰਹੇ ਸੀ। ਹਰਿਆਣਾ ਦੇ ਜਿਹੜੇ CM ਨੇ ਮਨੋਹਰ ਲਾਲ ਖੱਟਰ, ਉਹ ਕਹਿੰਦੇ ਨੇ ਕਿ MSP ਤੇ ਕਾਨੂੰਨ ਬਣਾਉਣਾ ਜਿਹੜਾ ਉਹ ਸੰਭਵ ਨਹੀਂ ਹੈ। ਦੇਖੋ ਜੀ, ਖੱਟਰ ਸਾਹਿਬ ਕੱਲ ਗਏ ਸੀ ਦਿੱਲੀ ਤੇ ਮੋਦੀ ਪ੍ਰਧਾਨ ਮੰਤਰੀ ਜੀ ਨਾਲ ਉਹਨਾਂ ਦੀ ਇੱਕ ਮੀਟਿੰਗ ਸੀ। ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲਾਂ ਕੀਤੀਆਂ। ਪਹਿਲਾਂ ਤੇ ਮੀਟਿੰਗ ਉਹਨਾਂ ਦੀ ਕਾਫੀ ਦੇਰ ਬਾਅਦ ਹੋਈ ਆ। ਕਿਸਾਨ ਅੰਦੋਲਨ ਦੇ ਦੌਰਾਨ ਉਹ ਮਿਲਣ ਤੋਂ ਬਚਦੇ ਵੀ ਰਹੇ ਤੇ ਉਹਨਾਂ ਦੀ ਇੱਥੇ ਜਿਹੜੀ ਫਜੀਅਤ ਵੀ ਬਹੁਤ ਹੋਈ। ਗੁਜਰਾਤ ਦੇ ਵਿੱਚ ਭਾਜਪਾ ਦੀ ਜਿਹੜੀ ਸਰਕਾਰ ਸੀ ਉਹਦੇ 'ਚ ਬਹੁਤ ਸਾਰੇ ਬਦਲਾਵ ਆਏ, ਤੇ ਉੱਤਰਾਖੰਡ ਦੇ ਵਿੱਚ ਵੀ ਭਾਜਪਾ ਨੇ ਆਪਣੇ ਮੁੱਖ ਮੰਤਰੀ ਬਦਲੇ, ਤੇ ਰੌਲਾ ਉੱਤਰ ਪ੍ਰਦੇਸ਼ ਵਿੱਚ ਵੀ ਪਿਆ ਸੀ। ਪਰ ਉੱਤਰ ਪ੍ਰਦੇਸ਼ ਵਾਲੇ ਜਿਹੜੇ ਮੁੱਖ ਮੰਤਰੀ ਆ ਉਹ ਜਰਾ ਸਟਰੋਂਗ ਕਿਸਮ ਦੇ ਨੇ, ਤਾਕਤਵਰ ਕਿਸਮ ਦੇ ਨੇ, ਤੇ ਆਪਣੀ ਜਿਹੜੀ ਰਾਜਨੀਤੀ ਆ ਉਹਨੂੰ ਆਪਣੇ ਢੰਗ ਨਾਲ ਚਲਾਉਂਦੇ ਨੇ। ਤੇ ਆਖਿਆ ਇਹ ਜਾ ਰਿਹਾ ਸੀਗਾ ਕਿ ਮੋਦੀ ਤੇ ਸ਼ਾਹ ਦੀ ਜੋੜੀ ਜੇ ਸਭ ਤੋਂ ਜ਼ਿਆਦਾ ਕਿਸੇ ਤੋਂ ਪਰੇਸ਼ਾਨ ਹੈ ਤਾਂ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜੀ।
ਤੇ ਅਗਲੀਆਂ ਕਨਸੋਆਂ ਇਹੋ ਜਿਹੀਆਂ ਆ ਰਹੀਆਂ ਸੀ ਕਿ ਹਰਿਆਣੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਬਦਲੇ ਜਾ ਸਕਦੇ ਨੇ। ਹਿਮਾਚਲ ਦੀਆਂ ਬਾਈ ਇਲੈਕਸ਼ਨਸ ਤੋਂ ਬਾਅਦ ਬੀਜੇਪੀ ਵੱਲੋਂ ਰੌਲਾ ਇਹ ਵੀ ਸੀ ਕਿ ਜੈਰਾਮ ਠਾਕੁਰ ਜਿਹੜੇ ਹਿਮਾਚਲ ਦੇ ਵਿੱਚ ਮੁੱਖ ਮੰਤਰੀ ਨੇ ਉਹ ਵੀ ਬਦਲੇ ਜਾਣੇ ਨੇ। ਪਰ ਖੱਟੜ ਸਾਹਿਬ ਦੀ ਜਿਹੜੀ ਮੁਲਾਕਾਤ ਸੀ ਉਹਦੇ 'ਚ ਇਹੋ ਜਿਹਾ ਕੁਝ ਸਾਹਮਣੇ ਨਹੀਂ ਆਇਆ। ਹਾਲਾਂਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀਆਂ ਗੱਲਾਂ ਹੋਈਆਂ ਜਾਂ ਇੱਕ ਦੋ ਜਿਹੜੇ ਉੱਥੇ ਕੈਬਨਿਟ ਵਿੱਚ ਅਹੁਦੇ ਖਾਲੀ ਨੇ ਉਹਨਾਂ ਨੂੰ ਭਰਨ ਦੀ ਗੱਲ ਹੋਈ। ਤੇ ਜਿਹੜੀ MSP ਦੀ ਗੱਲ ਆ, ਹੋ ਸਕਦਾ ਮੇਰੇ ਵਿਚਾਰਾਂ ਨਾਲ, ਮੇਰੀ ਗੱਲ ਨਾਲ ਬਹੁਤੇ ਲੋਕ ਸਹਿਮਤ ਹੋਣ ਤੇ ਜਾਂ ਕੁਝ ਲੋਕ ਇਸ ਗੱਲ ਨਾਲ ਸਹਿਮਤ ਨਾ ਹੋਣ। ਦੇਖੋ, ਦੁਨੀਆ ਦੇ ਵਿੱਚ ਜਾਂ ਭਾਰਤ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਵਲੀਨ ਜੀ, ਤੇ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਵੇਚੀਆਂ ਜਾਂਦੀਆਂ। ਉਹਨਾਂ ਦੀ ਪ੍ਰਾਈਸ ਜਿਹੜੀ ਆ ਉਹ ਤੈਅ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਬਹੁਤ ਸਾਰੀਆਂ ਰੈਗੂਲੇਟਰੀ ਅਥਾਰਟੀਜ਼ ਹੀ ਕਰਦੀਆਂ ਨੇ। ਚਾਹੇ ਮੋਬਾਈਲ ਸੇਵਾਵਾਂ ਦੀ ਗੱਲ ਕਰੀਏ, ਕੰਪਨੀਆਂ ਕੋਈ ਹੋਰ ਨੇ, ਟੈਲੀਕਾਮ ਆਪਰੇਟਰਸ ਨੇ, ਮੋਬਾਈਲ ਬਣਾਉਣ ਵਾਲੀਆਂ ਕੰਪਨੀਆਂ ਹੋਰ ਨੇ, ਤੇ ਕੀਮਤ ਜਿਹੜੀ ਆ ਉਹ ਟਰਾਈ ਤੈਅ ਕਰਦੀ ਆ। ਇਸੇ ਤਰ੍ਹਾਂ ਇੰਸ਼ੋਰੈਂਸ ਦੀ ਇੱਕ ਰੈਗੂਲੇਟਰੀ ਅਥਾਰਟੀ ਆ IRDA, ਉਹ ਜਿਹੜੀਆਂ ਇੰਸ਼ੋਰੈਂਸ ਦੀਆਂ ਪ੍ਰਾਈਸਿਸ ਆ ਉਹ ਤੈਅ ਕਰਦੀ ਆ। ਤੇ ਇਹ ਜਿਹੜੀਆਂ ਅਥਾਰਟੀਜ਼ ਨੇ ਇਹ ਸਰਕਾਰ ਦੁਆਰਾ ਬਣਾਈਆਂ ਹੋਈਆਂ ਨੇ। ਇਸੇ ਤਰ੍ਹਾਂ ਜੇਕਰ ਕਿਸਾਨ ਦੀ ਉਪਜ ਦਾ ਮੁੱਲ ਸਰਕਾਰ ਤੈਅ ਕਰੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਨੇ ਉਹ ਸਾਰੀਆਂ ਚੀਜ਼ਾਂ ਖਰੀਦਣੀਆਂ ਨੇ। ਉਹਨਾਂ ਨੇ ਇੱਕ ਸਪੋਰਟ ਪ੍ਰਾਈਸ ਤੈਅ ਕਰਨੀ ਆ। ਉਹ ਸਿਰਫ ਇਸ ਚੀਜ਼ ਨੂੰ ਤੈਅ ਕਰਨੀ ਆ, ਇਸ ਚੀਜ਼ ਦੀ ਮੁਲਾਂਕਣ ਕਰਕੇ ਜਿਹੜੀਆਂ ਪ੍ਰਾਈਸ ਤੈਅ ਕਰਨੀਆਂ ਕਿ ਕਿਸਾਨ ਜਾਂ ਕੋਈ ਵੀ ਜ਼ਿਮੀਂਦਾਰ ਜਿਹੜਾ ਉਸ ਚੀਜ਼ ਨੂੰ ਉਗਾਉਂਦਾ ਹੈ ਉਹਦੇ ਤੇ ਉਹਦੇ ਖਰਚੇ ਕਿੰਨੇ ਹੁੰਦੇ ਆ ਤੇ ਉਹਦੇ ਤੇ ਉਹਦੀ ਮਿਹਨਤ ਕਿੰਨੀ ਆਉਂਦੀ ਆ, ਉਹਦੀ ਕੈਪੀਟਲ ਕੀ ਆ, ਉਹਦਾ ਬੈਨੀਫਿਟ ਕੀ ਆ, ਉਹਦੇ 'ਚ ਕੁਝ % ਉਹਦੀ ਜਿਹੜੀ ਲੇਬਰ ਤੇ ਨਾਲ ਦੀ ਨਾਲ ਉਹਦਾ ਪ੍ਰੋਫਿਟ ਜੋੜ ਲਈਏ ਤੇ ਉਹਦੀ ਜਿਹੜੀ ਮੁਲਾਂਕਣ ਆ, ਉਹਦੀ ਜਿਹੜੀ ਇੱਕ ਰੇਟ ਆ ਉਹ ਫਿਕਸ ਕੀਤਾ ਜਾ ਸਕਦਾ। ਸਰਕਾਰ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦੇ ਉੱਤੇ ਕਹਿ ਕੇ ਬਚ ਰਹੀ ਆ ਕਿ MSP ਤੈਅ ਕਰਨੀ ਜਾਂ MSP ਦੇ ਉੱਤੇ ਕਾਨੂੰਨ ਬਣਾਉਣਾ ਮੁਸ਼ਕਿਲ ਆ। ਜੇਕਰ ਦੁਨੀਆ ਦੀਆਂ ਬਾਕੀ ਸਾਰੀਆਂ ਚੀਜ਼ਾਂ, ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵਾਲੀ ਕੰਪਨੀ, ਬਣਾਉਣ ਵਾਲਾ ਵਿਅਕਤੀ ਆਪਣੀ ਚੀਜ਼ ਦਾ ਮੁੱਲ ਆਪ ਤੈਅ ਕਰਦਾ ਤੇ ਕਿਸਾਨ ਦੀ ਉਪਜ ਦਾ ਮੁੱਲ ਸਰਕਾਰ ਕਿਉਂ ਤੈਅ ਨਹੀਂ ਕਰ ਸਕਦੀ? ਇਹ ਕਿਸਾਨ ਕਦੋਂ ਕਹਿੰਦੇ ਨੇ ਕਿ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੁਆਰਾ ਹੀ ਸਰਕਾਰ ਦੁਆਰਾ ਹੀ ਖਰੀਦੀਆਂ ਜਾਣ? ਉਹਨਾਂ ਨੂੰ ਤਾਂ ਇੱਕ ਮਿਨੀਮਮ ਸਪੋਰਟ ਪ੍ਰਾਈਸ ਚਾਹੀਦਾ ਕਿ ਜਿਸ ਤੋਂ ਥੱਲੇ ਨਾ ਵਿਕੇ ਕੋਈ ਚੀਜ਼। ਇਹਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਨੇ। ਜੇਕਰ ਸਰਕਾਰ ਚਾਹੇ ਤੇ ਉਹਨਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਕੀਤਾ ਜਾ ਸਕਦਾ। ਇਹ ਇੱਕ ਭੰਬਲ ਭੂਸੇ ਵਾਲੀ ਸਥਿਤੀ ਆ। ਜਾਣ ਬੁੱਝ ਕੇ ਇਹ ਉਲਝਣਾਂ ਜਿਹੜੀਆਂ ਆ ਪੈਦਾ ਕੀਤੀਆਂ ਜਾ ਰਹੀਆਂ, ਉਹ ਚਾਹੇ ਤੇ ਸਰਕਾਰ ਦੇ ਲੋਕ ਕਰ ਰਹੇ ਨੇ, ਚਾਹੇ ਕਾਰਪੋਰੇਟ ਸੈਕਟਰ ਦੇ ਲੋਕ ਕਰ ਰਹੇ ਨੇ। ਉਹਨਾਂ ਪਿੱਛੇ ਮਨਸ਼ਾ ਜਾਂ ਤੇ ਉਹ ਕਰਨਾ ਨਹੀਂ ਚਾਹੁੰਦੇ, ਜਾਂ ਉਹ ਕਿਸਾਨਾਂ ਨੂੰ ਇਕਜੁੱਟ ਨਹੀਂ ਹੋਣ ਦੇਣਾ ਚਾਹੁੰਦੇ, ਜਾਂ ਫਿਰ ਉਹਨਾਂ ਦੇ ਕੋਲ ਇਹੋ ਜਿਹੀਆਂ ਕੁਝ ਸਮੱਸਿਆਵਾਂ ਨੇ। ਮੈਨੂੰ ਇਦਾਂ ਲੱਗਦਾ ਕਿ ਜੇ ਸਾਰੇ ਦੇਸ਼ ਦਾ ਡੇਟਾਬੇਸ ਬਣਾ ਲਿਆ ਜਾਵੇ ਖੇਤੀ ਦਾ, ਕਿੱਥੇ ਕਿੱਥੇ ਜ਼ਮੀਨ ਹੈ, ਕਿੰਨੀ ਜ਼ਮੀਨ ਹੈ, ਕਿੱਥੇ ਕਿੱਥੇ ਕਿਹੜੀ ਖੇਤੀ ਹੋ ਸਕਦੀ ਆ, ਔਰ ਨਾਲ ਦੀ ਨਾਲ ਸਾਡੇ ਕੋਲ ਪੂਰਾ ਇੱਕ ਤੰਤਰ ਹੈ ਜਿਹੜਾ ਇਹ ਦੱਸ ਸਕਦਾ ਕਿ ਸਾਨੂੰ ਇੱਕ ਸਾਲ ਦੇ ਵਿੱਚ ਕਿਹੜੀ ਉਪਜ ਦੀ ਲੋੜ ਆ, ਉਹਦੇ ਹਿਸਾਬ ਦੇ ਨਾਲ ਸਾਡੇ ਦੇਸ਼ ਦੇ ਵਿੱਚ ਅਸੀਂ ਖੇਤੀ ਸੈਕਟਰ ਦੀ ਵੰਡ ਕਰ ਸਕਦੇ ਹਾਂ। ਉਨੀ ਉਪਜ ਅਸੀਂ ਪੈਦਾ ਕਰ ਸਕਦੇ ਹਾਂ, ਜਿਹੜੀ ਵੱਧ ਹੋਵੇ ਉਹਨੂੰ ਵੇਚਣ ਦਾ ਪ੍ਰਬੰਧ ਕਰ ਸਕਦੇ ਹਾਂ, ਤੇ ਨਾਲ ਦੀ ਨਾਲ ਜਿਹੜੀਆਂ ਕੀਮਤਾਂ ਆ ਉਹਨਾਂ ਨੂੰ ਬਹੁਤ ਆਸਾਨੀ ਨਾਲ ਰੈਗੂਲੇਟ ਕੀਤਾ ਜਾ ਸਕਦਾ। ਪਰ ਇਹਦੇ ਲਈ ਥੋੜ੍ਹੀ ਜਿਹੀ ਮਿਹਨਤ ਤੇ ਮੁਸ਼ੱਕਤ ਦੀ ਲੋੜ ਆ। ਹਰ ਗੱਲ ਦੇ ਉੱਤੇ ਇਹ ਕਹਿ ਦੇਣਾ ਕਿ MSP ਜਿਹੜੀ ਸੰਭਵ ਨਹੀਂ ਹੈ, ਇਹ ਤਾਂ ਬਿਲਕੁਲ ਕੁਤਰਕ ਵਾਲੀ ਗੱਲ ਆ। ਇੱਦਾਂ ਦੀ ਕੋਈ ਗੱਲ ਨਹੀਂ ਆ ਕਿ ਉਹ ਕੋਈ ਚੀਜ਼ ਜਿਹੜੀ ਆ ਉਹ ਸੰਭਵ ਨਹੀਂ ਹੈ। ਸਾਰਾ ਕੁਝ ਸੰਭਵ ਆ। ਦੁਨੀਆ ਦੇ ਸਾਰੇ ਬਾਜ਼ਾਰਾਂ ਦੇ ਵਿੱਚ ਇਹ ਚੀਜ਼ਾਂ ਸੰਭਵ ਨੇ। ਫਿਰ ਦੂਸਰੀ ਗੱਲ ਇਹ ਵੀ ਆ ਕਿ ਕਿਸਾਨ ਦੀ ਕੋਈ ਉਪਜ 1 ਰੁਪਏ 2 ਰੁਪਏ ਨੂੰ ਵਿਕਦੀ ਆ, ਜਦ ਕਿ ਅਗਲੇ ਜਾਂ ਦੂਸਰੇ ਜਾਂ ਤੀਸਰੇ ਦਿਨ ਹੀ ਉਹ ਮੰਡੀ ਦੇ ਵਿੱਚ ਜਿਹੜੀ ਚੀਜ਼ ਆ ਉਹ 10 20 30 ਰੁਪਏ ਨੂੰ ਵਿਕਦੀ ਆਮ ਦੇਖੀ ਜਾਂਦੀ ਆ। ਤੇ ਜੇਕਰ ਇੱਕ ਮਿਨੀਮਮ ਪ੍ਰਾਈਸ ਕਿਸਾਨ ਲਈ ਫਿਕਸ ਕਰ ਦਿੱਤਾ ਜਾਵੇ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਸੁਖਾਲੀਆਂ ਹੋ ਜਾਣਗੀਆਂ। ਇਹ ਗੱਲ ਵੱਖਰੀ ਆ ਕਿ ਉਹਦੇ ਲਈ ਥੋੜ੍ਹੀ ਜਿਹੀ ਮਿਹਨਤ ਹੈ, ਜਿੱਦਾਂ ਮੈਂ ਗੱਲ ਕੀਤੀ ਕਿ ਡੇਟਾਬੇਸ ਬਣਾਉਣ ਦੀ ਜਿਹੜੀ ਗੱਲ ਆ ਉਹ ਕੀਤੀ ਜਾਵੇਗੀ। ਪਰ ਖੱਟੜ ਦਾ ਜਾਂ ਕਿਸੇ ਵੀ ਹੋਰ ਦਾ ਕਹਿ ਦੇਣਾ ਕਿ MSP ਜਿਹੜੀ ਆ ਉਹ ਲਾਗੂ ਨਹੀਂ ਕੀਤੀ ਜਾ ਸਕਦੀ, ਉਹ ਬਿਲਕੁਲ ਨਿਰਾਧਾਰ ਗੱਲਾਂ ਨੇ। ਉਹਦੇ ਲਈ ਸਾਡੇ ਕੋਲ ਬਹੁਤ ਸਾਰੇ ਖੇਤੀ ਮਾਹਰ ਨੇ, ਬਹੁਤ ਸਾਰੇ ਆਰਥਿਕ ਮਾਹਰ ਨੇ, ਐਗਰੀ ਇਕੋਨੋਮਿਸਟ ਬਹੁਤ ਵੱਡੇ ਬੈਠੇ ਨੇ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਰਿਸਰਚ ਇਸ ਸਾਰੇ ਵਿਸ਼ੇ ਦੇ ਉੱਤੇ ਕੀਤੀ ਗਈ ਆ। ਗੱਲ ਤੇ ਸਿਰਫ ਉਸ ਕੰਮ ਨੂੰ ਕਰਨ ਦੀ ਆ। ਹੁਣ ਗੱਲ ਤੇ ਇਸ ਗੱਲ ਦੀ ਆ ਕਿ ਤੁਸੀਂ ਉਸ ਕੰਮ ਨੂੰ ਕਰਨਾ ਆ ਜਾਂ ਸਿਰਫ ਬਹਾਨੇ ਘੜਨੇ। ਜੀ ਸ਼ਰਮਾ ਜੀ, ਜੇ ਗੱਲ ਹੁਣ ਪੰਜਾਬ ਦੀ ਸਿਆਸਤ ਦੀ ਕਰੀਏ ਤੇ ਪਹਿਲਾਂ ਕਿਸਾਨ ਅੰਦੋਲਨ ਦੇ ਨਾਂ ਤੇ ਖੂਬ ਰਾਜਨੀਤੀ ਹੋਈ, ਤੇ ਹੁਣ ਕੱਚੇ ਅਧਿਆਪਕ ਜਿਹੜੇ ਸਾਡੇ ਮੁਲਕ 'ਚ ਸੁਣਿੰਦੇ ਨੇ ਉਹਨਾਂ ਦੇ ਨਾਂ ਤੇ ਗਰਮਜੋਸ਼ੀ ਦੇ ਨਾਲ ਸਿਆਸਤ ਹੋ ਰਹੀ ਹੈ। ਅੱਜ ਉਚੇਚੇ ਤੌਰ ਤੇ ਕੇਜਰੀਵਾਲ ਸਾਹਿਬ ਫਿਰ ਪੰਜਾਬ ਆਏ ਨੇ ਤੇ ਮੁਹਾਲੀ 'ਚ ਕੱਚੇ ਅਧਿਆਪਕਾਂ ਨਾਲ ਸਿਰ ਜੋੜ ਕੇ ਬੈਠੇ ਸੀ। ਦੇਖੋ ਜੀ, ਪਹਿਲਾਂ ਤਾਂ ਇਹ ਸ਼ਬਦ ਜਿਹੜਾ ਆ ਆਪਣੇ ਆਪ ਦੇ ਵਿੱਚ ਬਹੁਤ ਹੀ ਕੱਚ ਘਰੜਿਆ, ਬਹੁਤ ਹੀ ਮਾੜਾ ਆ। ਕੱਚੇ ਅਧਿਆਪਕ, ਦੇਖੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਕੌਮ ਦੇ ਉਸਰਈਏ ਜਿਹੜੇ ਨੇ ਉਹ ਹੁੰਦੇ ਨੇ ਟੀਚਰ।
ਅਸੀਂ ਜੇ ਤੁਸੀਂ ਜਾਂ ਅਸੀਂ ਇਸ ਸਕਰੀਨ ਦੇ ਉੱਤੇ ਬੈਠ ਕੇ ਵਿਚਾਰ ਕਰਦੇ ਹਾਂ, ਅਸੀਂ ਅੱਜ ਜੋ ਕੁਝ ਵੀ ਆ ਉਹਦੇ ਪਿੱਛੇ ਸਿਰਫ ਔਰ ਸਿਰਫ ਜਿਹੜੀ ਮਿਹਨਤ ਆ ਉਹ ਸਾਡੇ ਅਧਿਆਪਕਾਂ ਦੀ ਆ ਜੀ। ਤੇ ਜੇਕਰ ਉਹ ਅਧਿਆਪਕ ਹੀ ਸક્ષਮ ਨਹੀਂ ਹੋਣਗੇ, ਕੱਚੇ ਹੋਣਗੇ, ਉਹਨਾਂ ਨੂੰ ਆਪਣੀ ਜਿਹੜੀ ਤਨਖਾਹ ਆ ਉਹਦਾ ਹੀ ਫਿਕਰ ਹੋਵੇਗਾ, ਘੱਟ ਮਿਲਦੀ ਆ ਉਹਦਾ ਫਿਕਰ ਆ, ਨਹੀਂ ਮਿਲਦੀ ਉਹਦਾ ਫਿਕਰ ਆ, ਤੇ ਕਦੋਂ ਤੱਕ ਉਹ ਇਸ ਨੌਕਰੀ ਤੇ ਰਹਿਣਗੇ ਉਹਦਾ ਫਿਕਰ ਆ, ਤੇ ਫਿਰ ਉਹ ਜਿਹੜਾ ਮੁਸ਼ਕਲ ਆ ਉਹ ਹਮੇਸ਼ਾ ਜਿਹੜੀ ਆ ਵੱਧਦੀ ਆ। ਅਸੀਂ ਇੱਕ ਹੋਰ ਗੱਲ ਵੀ ਕਰਦੇ ਆ, ਅਸੀਂ ਇੱਕ ਪ੍ਰਵਰਬ, ਇੱਕ ਮੁਹਾਵਰਾ ਅਕਸਰ ਸੁਣਦੇ ਆ, ਓਨਲੀ ਦੋਜ਼ ਨੇਸ਼ਨਸ ਕੈਨ ਡਿਵੈਲਪ ਹੂਜ਼ ਟੀਚਰਸ ਐਂਡ ਪ੍ਰੀਚਰਸ ਆਰ ਗੁੱਡ। ਕਹਿੰਦੇ ਕਿ ਉਹ ਕੌਮਾਂ ਜਿਹੜੀਆਂ ਉਹ ਤਰੱਕੀ ਕਰਦੀਆਂ ਜਿਹਦੇ ਅਧਿਆਪਕ ਤੇ ਧਾਰਮਿਕ ਸੇਧ ਦੇਣ ਵਾਲੇ ਲੋਕ, ਜਿਹੜੇ ਪ੍ਰੀਚਰ ਆ, ਜਿਹੜੇ ਸਾਨੂੰ ਗਾਈਡਲਾਈਨਸ ਦਿੰਦੇ ਆ, ਚੰਗੀ ਜ਼ਿੰਦਗੀ ਦੀ ਸੇਧ ਦਿੰਦੇ ਆ, ਉਹ ਚੰਗੇ ਹੋਣ। ਪਰ ਇੱਥੇ ਅਧਿਆਪਕਾਂ ਦੀ ਜੇ ਗੱਲ ਕਰੀਏ ਤੇ ਉਹ ਬਹੁਤ ਹੀ ਖਰਾਬ ਹਾਲਤਾਂ ਦੇ ਵਿੱਚ ਜ਼ਿੰਦਗੀ ਬਸਰ ਕਰਦੇ ਨੇ। ਖਾਸ ਤੌਰ ਤੇ ਨੌਕਰੀ ਪ੍ਰਾਪਤ ਕਰਨ ਲਈ ਵੀ ਉਹਨਾਂ ਨੂੰ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ, ਤੇ ਉਸ ਤੋਂ ਬਾਅਦ ਉਹ ਕਈ ਸਾਲ, ਜਿਹੜਾ ਤੁਸੀਂ ਸ਼ਬਦ ਵਰਤਿਆ, ਉਹ ਕੱਚੇ ਅਧਿਆਪਕ ਹੀ ਤੁਰੇ ਆਉਂਦੇ ਨੇ। 10-10 ਸਾਲ 12-12 ਸਾਲ ਉਹ ਕੁਝ ਕੁ ਹਜ਼ਾਰ ਰੁਪਈਆਂ ਦੇ ਉੱਤੇ, ਤਨਖਾਹ ਦੇ ਉੱਤੇ ਕੰਮ ਕਰਦੇ ਰਹਿੰਦੇ ਨੇ। ਉਹ ਤਨਖਾਹ ਇੰਨੀ ਕੁ ਮਾੜੀ ਆ, ਇੰਨੀ ਕੁ ਘੱਟ ਆ ਕਿ ਜਿਸ ਤੋਂ ਵੱਧ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਾ ਫੀਸ ਦਿੰਦਾ ਮਹੀਨੇ ਦੀ, ਇੱਕ ਬੱਚਾ, ਤੇ ਉਨੀ ਤਨਖਾਹ ਉਹਨਾਂ ਅਧਿਆਪਕਾਂ ਨੂੰ ਨਹੀਂ ਮਿਲਦੀ। ਫਿਰ ਇਹ ਉਹਦੇ ਬਿਲਕੁਲ ਉਹੀ ਗੱਲ ਆ ਸਰਕਾਰ ਵੱਲੋਂ, ਕਿਉਂਕਿ ਸਿੱਖਿਆ ਤੇ ਸਿਹਤ ਸਰਕਾਰ ਦੀ ਕਿਸੇ ਪਾਲਿਸੀ ਦੇ ਵਿੱਚ ਫਿੱਟ ਨਹੀਂ ਹੁੰਦੇ। ਇਹ ਕਹਿੰਦੇ ਜ਼ਰੂਰ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਸਰਕਾਰਾਂ ਆ, ਅਸੀਂ ਸਿੱਖਿਆ ਨੂੰ ਬਹੁਤ ਉੱਚਾ ਚੱਕਣਾ ਚਾਹੁੰਦੇ ਆ, ਅਸੀਂ ਸਿਹਤ ਸੇਵਾਵਾਂ ਨੂੰ ਬਹੁਤ ਉੱਚਾ ਚੱਕਣਾ ਚਾਹੁੰਦੇ ਆ, ਪਰ ਇਹ ਚੁੱਕਦੇ ਨਹੀਂ। ਮੇਰਾ ਇਹ ਵੀ ਮੰਨਣਾ ਆ ਕਿ ਸਿੱਖਿਆ ਜਿਹੜੀ ਆ ਉਹ ਸਾਰੀ ਦੀ ਸਾਰੀ ਮੁਫਤ ਵੀ ਨਹੀਂ ਹੋਣੀ ਚਾਹੀਦੀ, ਪਰ ਉਹਦੇ ਤੇ ਜਿਹੜਾ ਖਰਚ ਆ ਉਹ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਆ। ਜਦੋਂ ਤੁਸੀਂ ਪਬਲਿਕ ਵੈਲਫੇਅਰ ਫਾਰਮ ਆਫ ਗਵਰਨਮੈਂਟ ਦੀ ਗੱਲ ਕਰਦੇ ਆ, ਤੇ ਫਿਰ ਤੁਸੀਂ ਲੋਕਾਂ ਲਈ ਕੀ ਕਰਨਾ ਜੇ ਤੁਸੀਂ ਲੋਕਾਂ ਨੂੰ ਸਿੱਖਿਅਤ ਵੀ ਨਹੀਂ ਬਣਾਉਣਾ ਚਾਹੁੰਦੇ। ਤੁਸੀਂ ਦੇਖੋ, ਜਦੋਂ ਅਸੀਂ ਅੰਕੜੇ ਦੇਖਦੇ ਆ ਤੇ ਫਿਰ ਬਹੁਤ ਡਰਾਵਣੀ ਸਥਿਤੀ ਸਾਡੇ ਸਾਹਮਣੇ ਆਉਂਦੀ ਆ ਕਿ ਲੱਖ ਤੋਂ ਜ਼ਿਆਦਾ ਵਿਅਕਤੀ ਹਰ ਸਾਲ ਇੱਥੋਂ ਬਾਹਰ ਪੜ੍ਹਨ ਲਈ ਜਾ ਰਿਹਾ, ਤੇ ਫਿਰ ਇੱਥੇ ਕੌਣ ਰਵੇਗਾ, ਕੌਣ ਬਚੇਗਾ। ਤੇ ਅਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ, ਉਦੋਂ ਸਾਨੂੰ ਬ੍ਰੇਨ ਡਰੇਨ ਨਾਮ ਦਾ ਇੱਕ ਐਸੇ ਪੜ੍ਹਦੇ ਸੀ ਕਿ ਚੰਗੇ ਦਿਮਾਗ ਜਿਹੜੇ ਨੇ ਉਹ ਬਾਹਰ ਜਾ ਰਹੇ ਨੇ, ਤੇ ਹੁਣ ਤੇ ਚੰਗੇ ਦਿਮਾਗ, ਜਵਾਨ ਦਿਮਾਗ ਬਾਹਰ ਜਾ ਰਹੇ ਨੇ, ਨਾਲ ਦੀ ਨਾਲ ਉਹ 20-20 30-30 ਲੱਖ ਰੁਪਈਆ ਲੈ ਕੇ ਜਾ ਰਹੇ ਨੇ। ਸਕੂਲ ਕਾਲਜ ਵੀ ਸਾਡੇ ਬੰਦ ਕਰ ਰਹੇ ਨੇ। ਬਿਲਕੁਲ, ਸਾਡੀਆਂ ਯੂਨੀਵਰਸਿਟੀਜ਼ ਦੇ ਵਿੱਚ ਸੀਟਾਂ ਖਾਲੀ ਰਹਿ ਰਹੀਆਂ ਨੇ, ਕਾਲਜਸ ਦੇ ਵਿੱਚ ਸੀਟਾਂ ਖਾਲੀ ਨੇ। ਇੰਜੀਨੀਅਰਿੰਗ ਕਾਲਜਸ ਜਿਹੜੇ ਨੇ ਬਹੁਤੇ ਤੇ ਉਹ ਖੰਡਰ ਬਣਦੇ ਜਾ ਰਹੇ ਨੇ। ਪੰਜਾਬ ਦੇ ਵਿੱਚ ਹਾਲੇ ਸਥਿਤੀ ਨਹੀਂ ਹੈਗੀ, ਪਰ ਯੂਪੀ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਿੱਥੇ ਪ੍ਰਾਈਵੇਟ ਐਜੂਕੇਸ਼ਨ ਕੁਝ ਸਾਲ ਪਹਿਲਾਂ ਆ ਗਈ ਸੀ, ਉੱਥੇ ਹੋਰ ਵੀ ਸਥਿਤੀ ਜਿਹੜੀ ਭਿਆਨਕ ਹੋ ਚੁੱਕੀ ਹੈ ਜੀ। ਹੁਣ ਤੁਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ, ਤੇ ਇੱਕ ਇਹ ਚਲਨ ਬਣ ਗਿਆ ਕਿ 4 ਸਾਲ ਸਰਕਾਰ ਚਲਾਈ ਜਾਓ ਆਪਣੀ ਮਰਜ਼ੀ ਦੀ, ਤੇ 5ਵੇਂ ਸਾਲ ਆ ਕੇ ਲੋਕਾਂ ਨੂੰ ਖੁਸ਼ ਕਰ ਦਿਓ, ਕੱਚਿਆਂ ਨੂੰ ਪੱਕੇ ਕਰ ਦਿਓ, ਨਵੇਂ ਵਾਅਦੇ ਕਰ ਦਿਓ, ਨਵੀਆਂ ਪੋਸਟਾਂ ਕੁਝ ਕੁ ਭਰ ਦਿਓ, ਤੇ ਐਲਾਨ ਕਰ ਦਿਓ, ਤੇ ਇਲੈਕਸ਼ਨ ਮੋਡ ਦੇ ਵਿੱਚ ਆ ਜਾਓ, ਤੇ ਫਿਰ ਸਰਕਾਰ ਬਣਾ ਲਓ। ਉਹ 4.5 ਸਾਲ ਕਾਂਗਰਸ ਵਾਲੇ ਲੰਘ ਗਏ, ਤੇ ਅਖੀਰਲੇ 2-3 ਮਹੀਨੇ ਸੀ, ਸਾਰੇ ਹੀ ਜਿਹੜੇ ਨੇ ਅੱਡੀਆਂ ਚੁੱਕ ਕੇ ਸਾਰੀਆਂ ਹੀ ਯੂਨੀਅਨ ਜਿਹੜੀਆਂ ਉਹ ਜ਼ੋਰ ਲਾ ਰਹੀਆਂ ਸੀ, ਤੇ ਸਰਕਾਰ ਦਾ ਮੁਖੀ ਬਦਲ ਗਿਆ, ਤੇ ਨਵੇਂ ਮੁਖੀ ਲਈ ਇਹ ਇੱਕ ਸਮੱਸਿਆ ਸੀ। ਉਹਨੂੰ ਸੁਲਝਾਉਣ ਲਈ ਉਹਨਾਂ ਨੇ ਕੁਝ ਕੋਸ਼ਿਸ਼ਾਂ ਵੀ ਕੀਤੀਆਂ, ਪਰ ਫਿਰ ਉਹ ਜਿਹੜੀਆਂ ਕਮੇਟੀਜ਼ ਨੇ ਉਹਨਾਂ ਲਈ ਜਿਹੜਾ ਪ੍ਰੋਸੀਜਰ ਫੋਲੋ ਹੁੰਦਾ ਆ, ਕੱਚਿਆਂ ਨੂੰ ਪੱਕੇ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਮਾਂ ਮੰਗਦੀਆਂ, ਪਰ ਸਮਾਂ ਜਿਹੜਾ ਸੀ ਉਹ ਘੱਟ ਸੀ। ਤੇ ਇਸ ਸਭ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਵੀ ਤਲੀਆਂ ਗਰਮ ਕਰ ਲਈਆਂ, ਵੀ ਅਸੀਂ ਵੀ ਉੱਥੋਂ ਚੱਲਦੇ ਹਾਂ ਜਿੱਥੇ ਪ੍ਰਦਰਸ਼ਨ ਹੁੰਦੇ ਆ, ਜਿੱਥੇ ਵਿਰੋਧ ਹੁੰਦਾ ਆ, ਉਹ ਸਾਰਾ ਕੁਝ ਜਿਹੜਾ ਆ ਸਾਡੇ ਹੱਕ ਦੇ ਵਿੱਚ ਭੁਗਤ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਬਹੁਤ ਲੰਬੇ ਸਮੇਂ ਤੋਂ ਚੋਣਾਂ ਲਈ ਬਜਿੱਦ ਸੀ, ਚੋਣਾਂ ਲਈ ਤਿਆਰ ਆ, ਬਜਿੱਦ ਨਹੀਂ ਕਹਿ ਸਕਦੇ, ਚੋਣ ਮੁਹਿੰਮ ਦੇ ਵਿੱਚ ਨਿਕਲ ਚੁੱਕਿਆ ਸੀ, ਪਰ ਉਹਨਾਂ ਨੂੰ ਕਿਸਾਨ ਅੰਦੋਲਨ ਨੇ ਰੋਕ ਰੱਖਿਆ ਸੀ। ਪਰ ਹੁਣ ਉਸ ਤੋਂ ਬਾਅਦ ਉਹ ਜਿਹੜੇ ਨੇ ਜ਼ਿਆਦਾ ਤੇਜ਼ੀ ਨਾਲ ਅੱਗੇ ਵਧ ਰਹੇ ਨੇ, ਕਿਉਂਕਿ ਕਿਸਾਨ ਅੰਦੋਲਨ ਦਾ ਜਿਹੜਾ ਮਸਲਾ ਆ ਉਹ ਕਾਫੀ ਹੱਦ ਤੱਕ ਹੁਣ ਹੱਲ ਹੋ ਗਿਆ ਜਾਪਦਾ। ਤੇ ਵਿਰੋਧ ਕਰਨ ਵਾਲੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਵਿੱਚ ਵੀ ਸਵਲੀਨ ਜੀ, ਜਿਹੜਾ ਦੇਖੋ ਕਿਸਾਨ ਅੰਦੋਲਨ ਦੀ ਜਿੱਤ ਹੋਈ ਆ, 1 ਸਾਲ ਤੱਕ ਉਹਨਾਂ ਨੇ ਇੱਕ ਖਾਸ ਤਰੀਕੇ ਨਾਲ ਸਬਰ ਤੇ ਵਿਰੋਧ ਦਾ ਜਿਹੜਾ ਤਰੀਕਾ ਹੈ ਉਹ ਅਪਣਾ ਕੇ ਰੱਖਿਆ। ਤੇ ਜਦੋਂ ਹੁਣ ਕੋਈ ਮੰਤਰੀ MLA ਨਵਾਂ ਬਣਿਆ, ਸੜਕ ਦੇ ਉੱਤੇ 10-20 ਗੱਡੀਆਂ ਦਾ ਕਾਫਲਾ ਲੈ ਕੇ ਨਿਕਲਦਾ, ਤੇ ਉਹਨੂੰ ਅੱਗੇ ਯੂਨੀਅਨ ਵਾਲੇ ਟੱਕਰ ਜਾਣ, ਤੇ ਫਿਰ ਉਹਦੇ ਲਈ ਵੀ ਮੁਸ਼ਕਲ ਬਣਦੀ ਹੈ। ਤੇ ਇਹਨਾਂ ਦੇ ਕੋਲ ਉਹਨਾਂ ਸਬਰ ਹੈ ਨਹੀਂ, ਤੇ ਯੂਨੀਅਨਸ ਨੂੰ ਵੀ ਚਾਹੀਦਾ ਆ ਕਿ ਆਪਣਾ ਜਿਹੜਾ ਵਿਰੋਧ ਆ ਉਹਨੂੰ ਇੱਕ ਖਾਸ ਚੰਗੇ ਸੁਚੱਜੇ ਤਰੀਕੇ ਦੇ ਨਾਲ ਹੀ ਪ੍ਰਦਰਸ਼ਨ ਕੀਤਾ ਜਾਵੇ। ਅੱਜ ਵੀ ਦੇਖਿਆ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਪਹੁੰਚੇ ਸੀ, ਕਰਨਾ ਤਾਂ ਸੀ ਉਹਨਾਂ ਨੇ
ਮੁੱਖ ਮੰਤਰੀ ਦੇ ਘਰ ਦਾ ਘਰਾਵ ਤੇ ਉੱਥੇ ਉਹਨਾਂ ਨੂੰ ਟੈਂਕੀ ਤੇ ਚੜਿਆ ਹੋਇਆ ਇੱਕ ਟੀਚਰ ਦਿਖ ਗਿਆ। ਉਹਨਾਂ ਨੇ ਫਿਰ ਨਾਲ ਦੀ ਨਾਲ ਫੋਨ ਕੱਢਿਆ, ਕਿਉਂਕਿ ਕੈਮਰਾਮੈਨ ਬਹੁਤ ਸੀਗੇ ਤੇ ਪੱਤਰਕਾਰ ਵੀ ਬੜੇ ਸੀ। ਉਹਨਾਂ ਨੇ ਫੋਨ ਲਾ ਕੇ ਪ੍ਰਗਟ ਸਿੰਘ ਨਾਲ ਗੱਲ ਕੀਤੀ ਤੇ ਉਸ ਤੋਂ ਬਾਅਦ ਉਹ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਗਏ। ਕੇਜਰੀਵਾਲ ਸਾਹਿਬ ਦਿੱਲੀ ਤੋਂ ਸਪੈਸ਼ਲ ਮਿਸ਼ਨ ਪੰਜਾਬ ਲਈ ਆਏ ਨੇ ਤੇ ਉਹ ਵੀ ਕੱਚੇ ਅਧਿਆਪਕਾਂ ਦੀਆਂ ਉਹਨਾਂ ਨੂੰ ਪੱਕੇ ਕਰਾਉਣ ਲਈ ਉਹਨਾਂ ਦੇ ਨਾਲ ਧਰਨੇ 'ਚ ਬੈਠੇ, ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਨੇ। ਪਰ ਇੰਜ ਜਾਪਦਾ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰਾਜਨੀਤੀ ਦਾ ਹਿੱਸਾ ਬਣ ਗਈਆਂ ਜੀ, ਜਦ ਕਿ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਇਹ ਪਾਲਿਸੀ ਦਾ ਹਿੱਸਾ ਹੋਣੀਆਂ ਚਾਹੀਦੀਆਂ ਨੇ। ਸਾਡੀ ਕੁਝ ਦਿਨ ਪਹਿਲਾਂ ਮੇਰੀ ਵੱਖ-ਵੱਖ ਯੂਨੀਅਨਸ ਦੇ ਜਿਹੜੇ ਟੀਚਰਸ ਯੂਨੀਅਨਸ ਦੇ ਨੇ ਉਹਨਾਂ ਲੋਕਾਂ ਨਾਲ ਗੱਲ ਹੋਈ। ਉਹ ਕਹਿੰਦੇ ਸਾਡੀਆਂ ਮੰਗਾਂ ਇੰਨੀ ਦੇਰ ਤੋਂ ਮੰਨੀਆਂ ਹੋਈਆਂ ਪਈਆਂ ਨੇ, ਉਹਨਾਂ ਨੇ ਹੁਕਮ, ਕੋਰਟ ਨੇ ਵੀ ਹੁਕਮ ਜਾਰੀ ਕਰਤਾ, ਡਿਪਾਰਟਮੈਂਟ ਨੇ ਵੀ ਹੁਕਮ ਜਾਰੀ ਕਰਤਾ, ਉਹ ਤੋਂ ਬਾਅਦ ਵੀ ਜਿਹੜੀਆਂ ਫਾਈਲਾਂ ਆ ਉਹ ਦਫ਼ਤਰਾਂ 'ਚੋਂ ਖਿਸਕਦੀਆਂ ਹੀ ਨਹੀਂ ਜੀ। ਉਹ ਕਦੀ ਸੈਕਟਰੀ ਨੂੰ ਮਿਲਦੇ ਨੇ, ਕਦੀ ਅੰਡਰ ਸੈਕਟਰੀ ਨੂੰ ਮਿਲਦੇ ਨੇ, ਕਦੀ ਮਿਨਿਸਟਰ ਨੂੰ ਮਿਲਦੇ ਨੇ, ਕਦੀ ਮੁੱਖ ਮੰਤਰੀ ਨੂੰ ਮਿਲਦੇ ਨੇ। ਹਾਂ, ਸਾਰੇ ਹੀ ਕਰ ਦਿੰਦੇ ਨੇ, ਪਰ ਜਿਹੜਾ ਮਸਲਾ ਆ ਉਹ ਹੱਲ ਨਹੀਂ ਹੁੰਦਾ। ਸਾਡਾ ਜਿਹੜਾ ਪ੍ਰੋਸੀਜਰ ਫੋਲੋਇੰਗ ਪ੍ਰੋਸੈਸ ਆ ਉਹ ਬਹੁਤ ਸਲੋ ਹੋ ਜਾਂਦਾ। ਪਰ ਇੱਥੇ ਰਾਜਨੀਤੀ ਜਿਹੜੀ ਆ ਉਹ ਹੈਵੀ ਆ, ਚਾਹੇ ਉਹ ਅਧਿਆਪਕਾਂ ਦੇ ਮਾਮਲੇ 'ਚ ਹੋਵੇ, ਚਾਹੇ ਡਾਕਟਰਾਂ ਦੇ ਮਾਮਲੇ 'ਚ ਹੋਵੇ, ਚਾਹੇ ਉਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਗੱਲ ਹੋਵੇ ਤੇ ਚਾਹੇ ਉਹ ਹੋਵੇ ਟਰਾਂਸਪੋਰਟ ਡਿਪਾਰਟਮੈਂਟ ਦੀ ਗੱਲ। ਇੱਥੇ ਹਰ ਡਿਪਾਰਟਮੈਂਟ ਜਿਹੜਾ ਆ ਉਹ ਧਰਨੇ ਲਾ ਕੇ ਬੈਠਾ ਹੋਇਆ। ਇਹਦੇ ਲਈ ਸਰਕਾਰ ਨੂੰ, ਜਿੱਦਾਂ ਉਹ ਸਿੱਧੂ ਸਾਹਿਬ ਕਹਿੰਦੇ ਨੇ ਕਿ ਇੱਕ ਰੋਡ ਮੈਪ ਬਣਾ ਕੇ ਚੱਲਣਾ ਪਵੇਗਾ। ਚੰਨੀ ਸਾਹਿਬ ਨੇ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਪਹਿਲੇ 2-3 ਦਿਨਾਂ 'ਚ ਹੀ ਗੱਲ ਕੀਤੀ ਸੀ ਕਿ ਮੈਂ ਇਸ ਗੱਲ ਦਾ ਅਹਿਦ ਕਰਦਾ ਕਿ ਇਸ ਤਰੀਕੇ ਤੋਂ ਬਾਅਦ ਸਾਡੀ ਸਰਕਾਰ ਤੋਂ ਬਾਅਦ ਜਾਂ ਅਗਲੀ ਸਰਕਾਰ ਦੇ ਵਿੱਚ ਕੋਈ ਵੀ ਕੱਚਾ ਮੁਲਾਜ਼ਮ ਭਰਤੀ ਹੀ ਨਹੀਂ ਹੋਵੇਗਾ। ਇਹ ਸਭ ਤੋਂ ਚੰਗਾ ਐਲਾਨ ਹੋਵੇਗਾ ਕਿਸੇ ਵੀ ਮੁੱਖ ਮੰਤਰੀ ਦਾ, ਕਿਸੇ ਵੀ ਸਰਕਾਰ ਦਾ, ਜੇ ਇਹਦੇ ਤੇ ਫੈਸਲਾ ਲਿਆ ਜਾਂਦਾ ਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਪਾਲਿਸੀਆਂ ਉਹ ਬਣਾਈਆਂ ਜਾਂਦੀਆਂ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਤੁਸੀਂ ਗੱਲ ਕਰ ਰਹੇ ਸੀ ਸੀਐਮ ਚੰਨੀ ਦੀ, ਜਿਨ੍ਹਾਂ ਨੂੰ ਪੰਜਾਬ ਦੀ ਆਵਾਮ ਜਿਹੜੀ ਹੈ ਹੁਣ ਐਲਾਨਜੀਤ ਸਿੰਘ ਕਹਿਣ ਲੱਗ ਪਈ ਆ। ਤੁਸੀਂ ਕਹਿੰਦੇ ਆ ਵੀ ਇਹਨਾਂ ਨੇ ਪਹਿਲਾਂ ਐਲਾਨ ਬੜਾ ਸੋਹਣਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣੀ ਤੇ ਅਸੀਂ ਕੋਈ ਕੱਚਾ ਭਰਤੀ ਨਹੀਂ ਕਰਨਾ। ਅੱਜ ਉਹ ਕਹਿੰਦੇ ਨੇ ਕਿ ਜਿਹੜੇ ਕੱਚੇ ਨੇ, ਜਿਹੜੇ ਪ੍ਰਦਰਸ਼ਨ ਕਰਦੇ ਨੇ, ਇਹਨਾਂ ਤੇ ਪਰਚੇ ਦਰਜ ਹੋਣਗੇ। ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਆ। ਜਦੋਂ ਉਹਨਾਂ ਨੇ ਉਹ ਗੱਲ ਕਹੀ ਸੀ ਉਹ ਬਿਲਕੁਲ ਠੀਕ ਸੀ, ਪਰ ਅੱਜ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਉਹਨੂੰ ਅਸੀਂ ਦੋਨੋਂ ਤਰੀਕੇ ਨਾਲ ਦੇਖ ਸਕਦੇ ਹਾਂ ਸਵਲੀਨ ਜੀ, ਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਟੈਂਕੀ ਤੇ ਜਾਂ ਟਾਵਰ ਤੇ ਚੜ੍ਹ ਜਾਂਦੇ ਨੇ। ਫਿਰ ਉਹ ਕਈ ਵਾਰ ਉੱਥੇ ਜਾ ਕੇ ਆਤਮ ਹੱਤਿਆ ਜਾਂ ਆਤਮਦਾਹ ਦੀਆਂ ਕੋਸ਼ਿਸ਼ਾਂ ਵੀ ਕਰਦੇ ਨੇ। ਪਾਣੀ 'ਚ ਛਾਲਾਂ ਮਾਰਦੇ ਹੋਏ ਅਸੀਂ ਪ੍ਰਦਰਸ਼ਨਕਾਰੀ ਵੀ ਦੇਖੇ ਨੇ। ਦੇਖੋ, ਹਿੰਸਾ ਦੀ ਇਸ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਤੇ ਆਪਣੇ ਆਪ ਦੇ ਉੱਤੇ ਕੀਤੇ ਜਾਣ ਵਾਲਾ ਤਸ਼ੱਦਦ ਜਿਹੜਾ ਉਹ ਵੀ ਹਿੰਸਾ ਦੀ ਜਿਹੜੀ ਸ਼੍ਰੇਣੀ ਆ ਉਹਦੇ ਵਿੱਚ ਹੀ ਆਉਂਦਾ। ਭੁੱਖ ਹੜਤਾਲ ਤੇ ਬੈਠ ਜਾਣਾ ਉਹ ਇੱਕ ਅਲੱਗ ਚੀਜ਼ ਆ ਤੇ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਮੁਸੀਬਤ ਵਿੱਚ ਪਾ ਦਿੰਦੇ ਆ ਜਦੋਂ ਤੁਸੀਂ ਉੱਪਰ ਚੜ੍ਹ ਜਾਂਦੇ ਆ ਜਾਂ ਕਿਤੇ ਇਹੋ ਜਿਹੀਆਂ ਕੁਝ ਘਟਨਾਵਾਂ ਕਰਦੇ ਆ। ਮੈਂ ਨਹੀਂ ਕਹਿੰਦਾ ਕਿ ਪ੍ਰਦਰਸ਼ਨਕਾਰੀ ਗਲਤ ਨੇ, ਉਹ ਬਿਲਕੁਲ ਠੀਕ ਨੇ, ਕਿਉਂਕਿ ਜਿਸ ਉਮਰ ਦੇ ਵਿੱਚ ਉਹਨਾਂ ਨੇ ਇੱਕ ਨੌਕਰੀ ਨੂੰ ਸੁਰੱਖਿਅਤ ਕਰਕੇ ਤੇ ਆਪਣਾ ਕੰਮ ਕਰਨਾ ਆ, ਸਮਾਜ ਨੂੰ ਇੱਕ ਸੇਧ ਦੇਣੀ ਆ, ਪੜ੍ਹਾਉਣਾ ਆ, ਇਸ ਦੇਸ਼ ਦੇ, ਇਸ ਮੁਲਕ ਦੇ ਭਵਿੱਖ ਨੂੰ ਸਵਾਰਨਾ ਆ, ਉਸ ਸਮੇਂ ਦੇ ਵਿੱਚ ਉਹਨਾਂ ਨੂੰ ਪ੍ਰਦਰਸ਼ਨ ਕਰਨੇ ਪੈਂਦੇ ਆ। ਪਰ ਮੁੱਖ ਮੰਤਰੀ ਦਾ ਇਹ ਗੱਲ ਕਹਿ ਦੇਣਾ, ਪਹਿਲਾਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਕੱਚੇ ਅਸੀਂ ਕਿਸੇ ਨੂੰ ਭਰਤੀ ਹੀ ਨਹੀਂ ਕਰਨਾ, ਫਿਰ ਉਹਨਾਂ ਨੂੰ ਇਹ ਗੱਲ ਕਿਉਂ ਕਹਿਣੀ ਪਈ ਕਿ ਅਸੀਂ ਇਹਨਾਂ ਦੇ ਉੱਤੇ ਪਰਚੇ ਦਰਜ ਕਰਾਂਗੇ, ਜਦ ਕਿ ਉਹਨਾਂ ਨੇ ਜਿਹੜਾ 2 ਮਹੀਨੇ ਦਾ ਸਮਾਂ ਵਿੱਚ ਬਿਤਾਇਆ, ਜੇ ਉਹ ਚਾਹੁੰਦੇ ਤਾਂ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦਾ ਹੱਲ ਕਰ ਸਕਦੇ ਸੀ। ਬਹੁਤ ਵਾਰ ਉਹਨਾਂ ਦੇ ਜਿਹੜੇ ਫਾਈਨਾਂਸ ਮੰਤਰੀ ਨੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਤੇ ਭਾਈ ਚੌਧਰੀ ਹੋ, ਤੁਸੀਂ ਸਟੇਟ ਦੇ ਮੁਖੀ ਹੋ ਤੇ ਖਜ਼ਾਨਾ ਭਰਨਾ ਕਿਹਨੇ ਆ? ਜਿਹੜੀਆਂ ਖਜ਼ਾਨੇ ਦੇ ਵਿੱਚ ਚੋਰ ਮੋਰੀਆਂ ਨੇ, ਜਿੰਨੀਆਂ ਲੀਕੇਜ ਨੇ, ਜਦੋਂ ਤੁਸੀਂ ਆਪ ਹੀ ਕਹਿੰਦੇ ਹੋ ਕਿ ਬੱਲੇ 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 ਕਮਰੇ ਜਿੱਡੀਆਂ ਗੱਡੀਆਂ ਨੇ, ਤੇ ਫਿਰ ਖਜ਼ਾਨਾ ਹੱਲ ਕਿਹਨੇ ਕਰਨਾ? 1000 ਤੋਂ ਵੱਧ ਮੁਲਾਜ਼ਮ ਤੁਹਾਡੀ ਆਪਣੀ ਪਰਸਨਲ ਸਿਕਿਉਰਿਟੀ 'ਚ ਲੱਗਿਆ ਹੋਇਆ, ਉਹ ਖਜ਼ਾਨੇ ਤੇ ਬੋਝ ਉਹ ਕਿਹਨੇ ਹੱਲ ਕਰਨਾ? ਇੰਨੀਆਂ ਵੱਡੀਆਂ ਤਨਖਾਹਾਂ ਤੇ ਇੰਨੇ ਸਾਰੇ ਗੈਰ ਜ਼ਰੂਰੀ ਖਰਚੇ ਜਿਹੜੀਆਂ ਸਰਕਾਰ ਕਰਦੀ ਆ। ਤੁਸੀਂ ਜਿਸ ਦਿਨ ਦੇ ਆਏ ਹੋ, ਤੁਸੀਂ ਉਸ ਦਿਨ ਦੀਆਂ ਅਖਬਾਰਾਂ ਕਢਾ ਕੇ ਦੇਖੋ, ਤੁਸੀਂ ਕਿੰਨੇ ਲੱਖ ਰੁਪਏ ਦੇ ਇਸ਼ਤਿਹਾਰ ਸਰਕਾਰੀ ਕਾਗਜ਼ਾਂ ਦੇ ਵਿੱਚ ਦੇ ਚੁੱਕੇ ਹੋ। ਬੱਸਾਂ ਤੇ ਪਹਿਲਾਂ ਨਾਲੋਂ ਵੱਡੇ ਇਸ਼ਤਿਹਾਰ ਲੱਗੇ ਨੇ। ਬਿਲਕੁਲ, ਪਹਿਲਾਂ ਕੈਪਟਨ ਦੇ ਲੱਗੇ ਹੋਏ ਸੀ, ਉਹਨਾਂ ਨੂੰ ਲਾ ਕੇ ਤੁਸੀਂ ਹੁਣ ਆਪਣੇ ਲਾ ਦਿੱਤੇ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਇਹਨਾਂ ਦੇ ਉੱਤੇ ਪਰਚੇ ਕਰਾਂਗੇ। ਇਹਨਾਂ ਦੇ ਉੱਤੇ ਪਰਚੇ ਦਰਜ ਕਰਨ ਤੋਂ ਪਹਿਲਾਂ ਤੁਸੀਂ
ਸ਼ਾਸਨ ਤੇ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਖਜ਼ਾਨੇ ਨੂੰ ਮੱਖੀਆਂ ਚਿੰਬੜੀਆਂ ਹੋਈਆਂ ਉਹਨਾਂ ਨੂੰ ਲਾਓ, ਇਸ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦਾ ਯਤਨ ਕਰੋ। ਸਿੱਖਿਆ ਤੇ ਕੀਤਾ ਹੋਇਆ ਖਰਚ ਜਿਹੜਾ ਉਹ ਵਿਅਰਥ ਨਹੀਂ ਜਾਵੇਗਾ। ਪ੍ਰਗਟ ਸਿੰਘ ਤੋਂ ਸਾਰੀਆਂ ਹੀ ਏਜੰਸੀਆਂ ਨੂੰ, ਸਾਰੇ ਹੀ ਲੋਕਾਂ ਨੂੰ, ਸਾਰੀਆਂ ਹੀ ਯੂਨੀਅਨਸ ਨੂੰ ਬਹੁਤ ਸਾਰੀਆਂ ਆਸਾਂ ਨੇ, ਪਰ ਉਹ ਵੀ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਕਿ ਦਿੱਲੀ ਦੇ 2700 ਸਕੂਲਾਂ ਨੂੰ ਪੰਜਾਬ ਦੇ 19000 ਸਕੂਲਾਂ ਨਾਲ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਬਿਲਕੁਲ ਠੀਕ ਆ, ਤੁਸੀਂ ਦਿੱਲੀ ਨਾਲ ਆਪਣਾ ਕੰਪੈਰੀਜ਼ਨ ਕਿਉਂ ਕਰਦੇ ਆ? ਤੁਸੀਂ ਆਪਣੇ 19000 ਸਕੂਲਾਂ 'ਚ ਦੱਸੋ ਵੀ ਤੁਹਾਡੇ ਕੋਲ ਅਧਿਆਪਕ ਪੂਰੇ ਹਨ ਕਿ ਨਹੀਂ ਹਨ, ਜੇ ਨਹੀਂ ਹਨ ਤਾਂ ਕਿਉਂ ਨਹੀਂ ਹਨ। ਤੁਸੀਂ ਵਾਅਦਾ ਕਰ ਲਓ ਕਿ ਅਸੀਂ 2 ਮਹੀਨਿਆਂ 'ਚ ਪੂਰੇ ਕਰਾਂਗੇ ਜਾਂ 6 ਮਹੀਨਿਆਂ 'ਚ ਪੂਰੇ ਕਰਾਂਗੇ। ਤੁਸੀਂ ਪ੍ਰਧਾਨ ਮੰਤਰੀ ਵਾਲੀ ਲਾਈਨ ਤੇ ਕਿਉਂ ਚੱਲਦੇ ਆ? ਕਦੀ ਬੰਗਲਾਦੇਸ਼ ਨਾਲ ਕੰਪੈਰੀਜ਼ਨ ਕਰਦੇ ਹੋ, ਕਦੀ ਪਾਕਿਸਤਾਨ ਨਾਲ ਕੰਪੈਰੀਜ਼ਨ ਕਰਦੇ ਹੋ। ਜੇ ਤੁਸੀਂ ਕੰਪੈਰੀਜ਼ਨ ਹੀ ਕਰਨਾ ਫਿਰ ਆਪਣੇ ਤੋਂ ਚੰਗੀਆਂ ਸਟੇਟਾਂ ਨਾਲ ਕੰਪੈਰੀਜ਼ਨ ਕਰੋ। ਤੁਸੀਂ ਹਰ ਗੱਲ ਦੇ ਵਿੱਚ ਦਿੱਲੀ ਨਾਲ ਕੰਪੈਰੀਜ਼ਨ ਕਰਦੇ ਹੋ ਕਿਉਂਕਿ ਦਿੱਲੀ ਵਾਲੀ ਸਰਕਾਰ ਜਾਂ ਦਿੱਲੀ ਵਾਲੀ ਪਾਰਟੀ ਇੱਥੇ ਚੋਣਾਂ ਲੜਨ ਲਈ ਆ ਰਹੀ ਹੈ, ਇਸ ਕਰਕੇ। ਸੋ ਇਹ ਜਿਹੜੀ ਪਰਚੇ ਪੁਰਚੇ ਦਰਜ ਕਰਨ ਵਾਲੀ ਗੱਲ ਆ, ਇਹ ਤੁਹਾਡੇ ਰਾਜਨੀਤਿਕ ਸਟੰਟ ਦਿਖਾ ਰਹੀ ਆ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਤੁਹਾਡਾ ਜਿਹੜਾ ਵਿਰੋਧ ਆ ਉਹ ਵੱਧ ਰਿਹਾ। ਕੱਲ ਵੀ ਉਪ ਮੁੱਖ ਮੰਤਰੀ ਸੀ ਤੇ ਰਾਜਾ ਵੜਿੰਗ ਸਾਹਿਬ ਸੀ, ਉਹ ਵੀ ਲੋਕਾਂ ਨਾਲ ਉਲਝਦੇ ਨਜ਼ਰ ਆਏ। ਉਹਨਾਂ ਨੇ ਵੀ ਕੁਝ ਇਹੋ ਜਿਹੀਆਂ ਭਾਸ਼ਾ ਵਰਤੀਆਂ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਸਿੱਧ ਹੁੰਦਾ ਹੈ ਕਿ ਜਿਹੜੀ ਸਿਆਸਤ ਆ ਜਾਂ ਜਦੋਂ ਵੀ ਸੱਤਾ ਤੁਹਾਡੇ ਕੋਲ ਹੁੰਦੀ ਆ ਫਿਰ ਤੁਸੀਂ ਆਪ ਮੁਹਾਰੇ ਹੋ ਜਾਂਦੇ ਹੋ ਤੇ ਤੁਹਾਡੇ ਜਿਹੜੇ ਬੋਲ ਆ ਉਹ ਵਿਗੜ ਜਾਂਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ। ਰਾਦਰ ਦੈਨ ਜੇਕਰ ਪ੍ਰਧਾਨ ਮੰਤਰੀ ਹੀ ਕਵੇ ਕਿ ਮੈਂ ਇਹ ਮਸਲਾ ਨਹੀਂ ਹੱਲ ਕਰ ਸਕਦਾ, ਜੇਕਰ ਫਾਈਨਾਂਸ ਮੰਤਰੀ ਕਵੇ ਕਿ ਮੈਂ ਮਹਿੰਗਾਈ ਤੇ ਕੰਟਰੋਲ ਨਹੀਂ ਕਰ ਸਕਦਾ, ਜੇਕਰ ਖੇਤੀ ਮੰਤਰੀ ਕਵੇ ਕਿ ਮੈਂ ਵਧੀਆਂ ਹੋਈਆਂ ਕੀਮਤਾਂ ਨੂੰ ਕੰਟਰੋਲ ਨਹੀਂ ਕਰ ਸਕਦਾ, ਤਾਂ ਫਿਰ ਕਰੇਗਾ ਕੌਣ? ਤੁਹਾਡੇ ਤੋਂ ਉੱਪਰ ਤਾਂ ਕੋਈ ਨਹੀਂ ਆ। ਤੁਸੀਂ ਹੈਡ ਆਫ ਦੀ ਇੰਸਟੀਟਿਊਸ਼ਨ ਹੋ, ਹੈਡ ਆਫ ਦੀ ਸਟੇਟ ਹੋ, ਹੈਡ ਆਫ ਦੀ ਡਿਪਾਰਟਮੈਂਟ ਹੋ ਤੇ ਇਹ ਤੁਹਾਡੀ ਜ਼ਿੰਮੇਵਾਰੀ ਆ ਤੇ ਇਹ ਜ਼ਿੰਮੇਵਾਰੀ ਤੁਹਾਨੂੰ ਲੈਣੀ ਪਵੇਗੀ। ਜੀ ਸ਼ਰਮਨ ਜੀ, MPI ਇੱਕ ਟਰਮ ਆ ਤੇ ਵਿਸਥਾਰ 'ਚ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਕੀ ਹੈ ਇਹ MPI? ਭਾਰਤ ਸਰਕਾਰ ਨੇ ਯੋਜਨਾ ਕਮਿਸ਼ਨ ਨੂੰ ਖਤਮ ਕਰਕੇ ਨੀਤੀ ਆਯੋਗ ਬਣਾਤਾ ਸੀ। ਰਾਜੀਵ ਕੁਮਾਰ ਉਹਦੇ ਚੇਅਰਪਰਸਨ ਨੇ। ਉਹਨਾਂ ਨੇ ਕੱਲ ਇੱਕ ਅੰਕੜੇ ਜਾਰੀ ਕੀਤੇ ਜਿਹੜੇ 2015-2016 ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਉੱਤੇ ਆਧਾਰਿਤ ਸੀ। ਉਹਨਾਂ ਅੰਕੜਿਆਂ ਨੂੰ ਇਹਨਾਂ ਨੇ ਕਿਹਾ ਕਿ ਮਲਟੀ ਡਾਈਮੈਂਸ਼ਨਲ ਪਾਵਰਟੀ ਇੰਡੈਕਸ, ਬਹੁ-ਅਯਾਮੀ ਗਰੀਬੀ ਦੀ ਸੂਚੀ, ਯਾਨੀ ਕਿ ਕਿਹੜੇ ਉਹ ਫੈਕਟਸ ਨੇ ਜਿਹੜੇ ਗਰੀਬੀ ਨੂੰ ਦਿਖਾਉਂਦੇ ਨੇ। ਉਹਨਾਂ ਫੈਕਟਸ ਤੋਂ, ਜੇ ਫੈਕਟਸ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਜੇ ਸਟੇਟਾਂ ਦੀ ਗੱਲ ਕਰੀਏ, ਬਿਹਾਰ, ਯੂਪੀ, ਝਾਰਖੰਡ, ਇਹ ਸਭ ਤੋਂ ਵੱਧ ਗਰੀਬ ਸਟੇਟ ਇਸ ਸੂਚੀ 'ਚ ਆਉਂਦੇ ਨੇ ਤੇ ਪੰਜਾਬ ਵਰਗੇ ਸਟੇਟ ਜਿਹੜੇ ਨੇ ਉਹਦੇ 'ਚੋਂ ਬਹੁਤ ਪਿੱਛੇ ਨੇ। ਇਹਨਾਂ ਦਾ ਜਿਹੜਾ ਪਾੜਾ ਆ, ਜਦੋਂ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਬਹੁਤ ਵੱਡਾ ਆ। ਗੋਆ ਤੇ ਕੇਰਲਾ ਜਿਹੜੇ ਛੋਟੇ ਸਟੇਟ ਨੇ, ਜਾਂ ਇਦਾਂ ਕਹਿ ਲਈਏ ਕਿ ਜਿਨ੍ਹਾਂ ਦੀ ਸਿਸਟਮ ਇੱਕ ਸਹੀ ਤਰੀਕੇ ਨਾਲ ਚੱਲਦਾ ਜਾਂ ਜਿਨ੍ਹਾਂ ਦੀ ਆਬਾਦੀ ਘੱਟ ਆ, ਉਹਨਾਂ ਦੀ ਜਿਹੜੀ ਪਾਵਰਟੀ ਇੰਡੈਕਸ ਆ ਉਹ 0% ਦੇ ਵਿੱਚ ਹੈ, ਜਦ ਕਿ ਬਿਹਾਰ ਦਾ ਜਿਹੜਾ ਪਰਸੈਂਟੇਜ ਹੈਗਾ ਉਹ 50% ਤੋਂ ਵੀ ਵੱਧ ਆ। ਯੂਪੀ ਵਾਲਾ 42% ਦੇ ਨੇੜੇ ਤੇੜੇ ਨਜ਼ਰ ਆਇਆ, ਬਿਹਾਰ ਦਾ 52% ਜਦ ਕਿ ਪੰਜਾਬ ਵਾਲਾ ਜਿਹੜਾ ਪਾਵਰਟੀ ਇੰਡੈਕਸ ਆ ਉਹ 5% ਨਜ਼ਰ ਆਇਆ। ਇਹਦੇ ਤੇ ਜਿਹੜਾ ਕੰਮ ਹੁੰਦਾ ਆ ਉਹ 2015-16 ਦੇ, ਜਿੱਦਾਂ ਮੈਂ ਦੱਸਿਆ ਕਿ ਨੈਸ਼ਨਲ ਫੈਮਿਲੀ ਹੈਲਥ ਸਰਵੇ ਨੂੰ ਲੈ ਕੇ ਹੋਇਆ। 12 ਮਿਨਿਸਟਰੀਜ਼ ਇਸ ਸਰਵੇ ਦੇ ਵਿੱਚ ਸ਼ਾਮਲ ਸੀ ਸਵਲੀਨ ਜੀ, ਤੇ 2 ਅੰਤਰਰਾਸ਼ਟਰੀ ਏਜੰਸੀਆਂ, ਇੱਕ OPHI ਆ, ਆਕਸਫੋਰਡ ਯੂਨੀਵਰਸਿਟੀ ਪਾਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ, ਤੇ ਯੂਨਾਈਟਿਡ ਨੇਸ਼ਨਸ ਦਾ ਡਿਵੈਲਪਮੈਂਟ ਪ੍ਰੋਗਰਾਮ। ਨਾਲ ਦੀ ਨਾਲ ਭਾਰਤ ਸਰਕਾਰ ਦੀਆਂ ਉਹ 12 ਮਿਨਿਸਟਰੀਆਂ ਜਿਹੜੇ 12, 13 ਜਾਂ 11 ਨੁਕਤਿਆਂ ਦੇ ਉੱਤੇ ਇਹ ਕੰਮ ਕਰਦੇ ਨੇ, ਜਿਨ੍ਹਾਂ ਨੂੰ ਵਿਚਾਰ ਕੇ ਇਹ ਪਾਵਰਟੀ ਇੰਡੈਕਸ ਬਣਾਇਆ ਜਾਂਦਾ। ਉਹਦੇ ਵਿੱਚ ਹੈ ਬੱਚਿਆਂ ਦਾ ਸਕੂਲ ਜਾਣਾ, ਕਿੰਨੇ ਬੱਚੇ ਸਕੂਲ ਜਾਂਦੇ ਨੇ ਤੇ ਕਿੰਨੀ ਹਾਜ਼ਰੀ ਉਹਨਾਂ ਦੀ ਸਕੂਲ ਦੇ ਵਿੱਚ ਹੁੰਦੀ ਆ। ਕੁਕਿੰਗ ਲਈ ਤੁਸੀਂ ਕਿਹੜੇ ਸਾਧਨ ਵਰਤਦੇ ਆ ਕੁਕਿੰਗ ਫਿਊਲ ਦੇ ਤੌਰ ਤੇ, ਕੀ ਲੋਕਾਂ ਦੇ ਕੋਲ ਘਰ ਹਨ, ਉਹਨਾਂ ਦੇ ਹਾਊਸਿੰਗ ਦੀ ਸਥਿਤੀ ਕੀ ਆ, ਡਰਿੰਕਿੰਗ ਵਾਟਰ ਪੀਣ ਵਾਲੇ ਪਾਣੀ ਦੀ ਉਪਲਬਧਤਾ ਕਿੰਨੀ ਕੁ ਹੈ, ਉਹਨਾਂ ਦੀਆਂ ਸੈਨੀਟੇਸ਼ਨ ਫੈਸਿਲਿਟੀਜ਼ ਉਹਨਾਂ ਕੋਲ ਕਿੰਨੀਆਂ ਕੁ ਨੇ, ਮਾਵਾਂ ਦੀ ਕੇਅਰ ਲਈ ਇਨੀਸ਼ੀਏਟਿਵ ਜਿਹੜੇ ਆ ਉਹ ਕਿਵੇਂ ਦੇ ਲੈ ਜਾਂਦੇ ਨੇ, ਦਵਾਈਆਂ ਦੀਆਂ ਸਹੂਲਤਾਂ ਕਿਵੇਂ ਦੀਆਂ ਨੇ, ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੈ। ਨਿਊਟ੍ਰੀਸ਼ਨਸ ਦੀ ਜਿਹੜੀ ਵੈਲਿਊ ਆ ਉਹਨਾਂ ਚੀਜ਼ਾਂ ਨੂੰ ਵੀ ਉਹਦੇ ਤੇ ਧਿਆਨ ਰੱਖਿਆ ਜਾਂਦਾ। ਇਲੈਕਟ੍ਰੀਸਿਟੀ ਦੀ ਉਪਲਬਧਤਾ ਤੇ ਕਿੰਨੀ ਕੁ ਵਰਤੋਂ ਉਹ ਲੋਕ ਕਰਦੇ ਨੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਿਆ ਜਾਂਦਾ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਬੈਂਕ ਅਕਾਊਂਟ ਕਿਹਦੇ ਕੋਲ ਹੈ, ਕਿਹਦੇ ਕੋਲ ਨਹੀਂ ਹੈ, ਐਸੈਟਸ ਕਿਹਦੇ ਕੋਲ ਹਨ, ਕਿਹਦੇ ਕੋਲ ਨਹੀਂ ਹਨ। ਇਹ ਕੋਈ 12 ਜਾਂ 13, 11, 12 ਇਹੋ ਜਿਹੇ ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਆਧਾਰਿਤ ਇਹ ਜਿਹੜਾ ਸਾਰਾ ਸਰਵੇ ਉਹ ਹੁੰਦਾ। ਜਿੰਨੀਆਂ ਅਸੀਂ ਗੱਲਾਂ ਦੇਖੀਆਂ ਇਹ ਬਹੁਤ ਬੇਸਿਕ ਨੇ,
ਜੇਕਰ 70 ਸਾਲ ਬਾਅਦ ਅਸੀਂ ਬਿਹਾਰ ਵਰਗੇ ਸੂਬੇ ਦੇ ਵਿੱਚ, ਜਦੋਂ ਅਸੀਂ ਬਿਹਾਰ ਤੇ ਯੂਪੀ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਵੈਸੇ ਹੀ ਉਹ ਸਥਿਤੀ ਆਉਂਦੀ ਆ ਕਿ ਬਹੁਤ ਗਰੀਬ ਸੂਬੇ ਨੇ। ਜੇਕਰ ਅਸੀਂ ਉਸ ਪ੍ਰਾਂਤ ਦੇ ਵਿੱਚ ਲੱਗੀ ਹੋਈ ਇੰਡਸਟਰੀ ਦੀ ਗੱਲ ਕਰੀਏ, ਉਹਨਾਂ ਪ੍ਰਾਂਤਾਂ ਦੇ ਵਿੱਚ ਜਿਹੜੇ ਧਨਾੜ ਨੇ ਉਹਨਾਂ ਦੀ ਗੱਲ ਕਰੀਏ, ਤਾਂ ਉਹ ਹਿੰਦੁਸਤਾਨ ਦੇ ਸਭ ਤੋਂ ਵੱਡੇ ਧਨਾੜਾਂ 'ਚ ਆਉਂਦੇ ਨੇ। ਫਿਰ ਲੋਕਾਂ ਦੀ ਹਾਲਾਤ ਇੰਨੇ ਮਾੜੇ ਕਿਉਂ? ਪੰਜਾਬ ਤੇ ਬਿਹਾਰ ਦੇ ਵਿੱਚ 52% ਤੇ 5% ਦਾ ਪਾੜਾ। ਅੱਜ ਇਹ ਗੱਲ ਸਾਡੇ ਦਿਮਾਗ 'ਚ ਵੀ ਸਾਫ਼ ਹੁੰਦੀ ਆ ਕਿ ਕਿਉਂ ਉੱਥੇ ਦੇ ਲੋਕ ਬਹੁਤ ਗਿਣਤੀ ਦੇ ਵਿੱਚ ਇੱਥੇ ਆ ਕੇ ਕੰਮ ਕਰਨ ਲਈ ਆਉਂਦੇ ਨੇ। ਜਦੋਂ ਅਸੀਂ ਉੱਤਰ ਪ੍ਰਦੇਸ਼ ਦੀ ਹੀ ਗੱਲ ਕਰਦੇ ਹਾਂ ਤੇ ਯੋਗੀ ਸਾਹਿਬ ਇਹਨੂੰ ਫਿਰ ਉੱਤਮ ਪ੍ਰਦੇਸ਼ ਕਹਿੰਦੇ ਨੇ। ਤੇ ਪ੍ਰਧਾਨ ਮੰਤਰੀ ਜਦੋਂ ਉੱਥੇ ਇੱਕ 에ਅਰਪੋਰਟ ਦੇ ਉਦਘਾਟਨ ਲਈ 2 ਦਿਨ ਪਹਿਲਾਂ ਗਏ ਸੀ ਤੇ ਉਹਨਾਂ ਨੇ ਜਿੰਨੀਆਂ ਬਲਾਂਗਾਂ ਉੱਥੇ ਮਾਰੀਆਂ, ਜਿੰਨੀਆਂ ਪਲਾਂਘਾਂ ਉਹਨਾਂ ਨੇ ਦਿਖਾਈਆਂ, ਤੇ ਇਸ ਇੰਡੈਕਸ ਦੀ ਜੇ ਰਿਪੋਰਟ ਨੂੰ ਅਸੀਂ ਪੜ੍ਹੀਏ ਤੇ ਉਹ ਇਦਾਂ ਲੱਗਦਾ ਵੀ ਉਹ ਸਾਰੀਆਂ ਜਿਹੜੀਆਂ ਸੀ ਉਹਨਾਂ ਦੀਆਂ ਛਾਲਾਂ ਜਾਂ ਜਿੰਨੇ ਉਹਨਾਂ ਦੇ ਵਾਅਦੇ ਸੀ, ਜਿੰਨੇ ਉਹਨਾਂ ਦੇ ਦਾਅਵੇ ਸੀ, ਉਹ ਸਾਰੇ ਹਵਾਈ ਸੀ। ਉਹਨਾਂ ਨੇ ਦੱਸਿਆ ਕਿ ਇੱਥੇ ਜਦੋਂ 에ਅਰਪੋਰਟ ਬਣੇਗਾ ਤੇ ਇੱਥੇ ਲੱਖਾਂ ਦੇ ਵਿੱਚ ਨੌਕਰੀਆਂ ਆਉਣਗੀਆਂ। ਤੇ ਜੇਕਰ ਇੱਕ 에ਅਰਪੋਰਟ ਬਣਾਉਣ ਦੇ ਨਾਲ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਰੁਜ਼ਗਾਰ ਪੈਦਾ ਹੁੰਦੇ ਨੇ ਤੇ ਫਿਰ ਤੁਸੀਂ ਭਲਿਓ ਲੋਕੋ ਉਹ 7 ਜਾਂ 8 에ਅਰਪੋਰਟ ਜਿਹੜੇ ਸਾਲ ਦੀ ਸਾਲ ਉਹ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਵੇਚੀ ਜਾਂਦੇ ਹੋ? ਜੇਕਰ ਅਸੀਂ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਦੀ ਗੱਲ ਕਰੀਏ, ਇਹ ਅੰਕੜੇ ਜਿਹੜੇ ਨੇ ਇਹ 15-16 ਦੇ ਨੇ ਤੇ 19-20 ਦੇ ਅੰਕੜਿਆਂ ਦੇ ਉੱਤੇ ਜੇਕਰ ਕੰਮ ਹੋਵੇ ਤੇ ਹਾਲਾਤ ਵੱਧ ਤੋਂ ਬਦਤਰ ਨਜ਼ਰ ਆਉਣਗੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਗੱਲ ਇੰਡੈਕਸ, ਇਹੋ ਜਿਹੀਆਂ ਸੂਚੀਆਂ, ਇਹੋ ਜਿਹੇ ਸਰਵੇ ਜਿਹੜੇ ਹੋਣੇ ਨੇ ਉਹ ਬਹੁਤ ਜ਼ਰੂਰੀ ਨੇ। ਤੇ ਨਾਲ ਦੀ ਨਾਲ ਫਿਰ ਸਰਕਾਰਾਂ ਨੂੰ ਇਸ ਗੱਲ ਦੇ ਉੱਤੇ ਧਿਆਨ ਰੱਖਣਾ ਪਵੇਗਾ ਕਿ ਇਹ ਜਿਹੜੀਆਂ ਅੰਕੜੇ ਨੇ ਇਹ ਕੀ ਕਹਿ ਰਹੇ ਨੇ। ਸਾਡੀਆਂ ਪਿਛਲੇ 10 ਸਾਲਾਂ ਦੀਆਂ ਜਾਂ ਪਿਛਲੇ 50 ਸਾਲਾਂ ਦੀਆਂ ਜਾਂ ਪਿਛਲੇ 70 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਕੀ ਕਹਿ ਰਹੀਆਂ ਨੇ। ਜੇਕਰ ਅਸੀਂ ਘਰ, ਖਾਣਾ ਪਕਾਉਣ ਵਾਲੇ ਬਾਲਣ, ਪਾਣੀ, ਸੈਨੀਟੇਸ਼ਨ ਫੈਸਿਲਿਟੀਆਂ, ਬੱਚਿਆਂ ਨੂੰ ਭੋਜਨ, ਗਰਭਵਤੀ ਮਾਵਾਂ ਦਾ ਖਿਆਲ, ਦਵਾਈਆਂ, ਜੇਕਰ ਅਸੀਂ ਇਹਨਾਂ ਇੰਡੈਕਸ ਦੇ ਉੱਤੇ ਵੀ ਹਾਲੇ 50% ਤੱਕ ਪਹੁੰਚੇ ਹਾਂ ਤੇ ਫਿਰ ਤੁਸੀਂ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀਆਂ ਗੱਲਾਂ ਨਾ ਕਰੋ। ਤੇ ਫਿਰ ਤੁਸੀਂ ਇੰਨੀਆਂ ਵੱਡੇ ਦਾਅਵੇ ਤੇ ਇੰਨੀਆਂ ਵੱਡੀਆਂ ਕਹਾਣੀਆਂ ਨਾ ਬਣਾਓ। ਰੋਜ਼ ਹੀ ਤੁਸੀਂ ਇੱਕ ਨਵੀਂ ਯੋਜਨਾ ਸ਼ੁਰੂ ਕਰ ਦਿੰਦੇ ਆ, ਰੋਜ਼ ਹੀ ਤੁਸੀਂ ਇੱਕ ਨਵੀਂ ਉਦਘਾਟਨ ਕਰ ਦਿੰਦੇ ਆ। ਜਿੰਨੀਆਂ ਤੁਸੀਂ ਯੋਜਨਾਵਾਂ ਸ਼ੁਰੂ ਕੀਤੀਆਂ ਉਹਨਾਂ ਨੂੰ ਕਦੇ ਬੈਠ ਕੇ ਨਿੱਠ ਕੇ ਉਹਨਾਂ ਤੇ ਐਨਾਲਿਸਿਸ ਕਰੋ ਕਿ ਪੂਰੀਆਂ ਕਿੰਨੀਆਂ ਕੀਤੀਆਂ। ਸੋ ਕੁੱਲ ਮਿਲਾ ਕੇ ਇਹ ਜਿਹੜਾ ਮਲਟੀ ਡਾਇਮੈਂਸ਼ਨਲ ਪਾਵਰਟੀ ਇੰਡੈਕਸ ਆ, ਇਹ ਭਾਰਤ ਸਰਕਾਰ ਨੂੰ, ਕੱਲੇ ਭਾਰਤ ਸਰਕਾਰ ਨੂੰ ਨਹੀਂ, ਸੂਬਾ ਸਰਕਾਰਾਂ ਨੂੰ ਵੀ ਇਹ ਸ਼ੀਸ਼ਾ ਦਿਖਾਉਣ ਵਾਲਾ ਇੰਡੈਕਸ ਆ। ਇਹਨੂੰ ਲੈ ਕੇ ਇਹਦੇ ਤੇ ਬਹੁਤ ਵਿਸਤ੍ਰਿਤ ਚਰਚਾ ਹੋਣੀ ਚਾਹੀਦੀ ਹੈ। ਪਰ ਮਜ਼ੇ ਦੀ ਗੱਲ ਦੇਖੋ, ਮਜ਼ੇ ਦੀ ਗੱਲ ਹੀ ਇਹਨੂੰ ਕਹਿ ਸਕਦੇ ਹਾਂ, ਹੁਣ ਇੱਕ ਸਮਝਣ ਦੀ ਗੱਲ ਹੈ ਕਿ ਇਹਦੇ ਤੇ ਕਿੰਨੀ ਕੁ ਬਹਿਸ ਹੋਵੇਗੀ ਜਾਂ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਕੁ ਮੀਡੀਆ ਤੇ ਇਹਦੇ ਚਰਚਾ ਹੋਵੇਗਾ, ਇਹ ਤੁਸੀਂ ਵੀ ਜਾਣਦੇ ਆ ਤੇ ਦਰਸ਼ਕ ਵੀ ਜਾਣਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੇਸ਼ ਦੀ ਤਰੱਕੀ ਨੂੰ ਵੀ ਦਿਖਾਉਂਦੀਆਂ ਨੇ ਤੇ ਜਿਹੜੇ ਇਸ ਦੇਸ਼ ਨੂੰ ਬਹੁਤ ਵਿਕਸਿਤ ਹੋਣ ਦਾ ਦਾਅਵਾ ਕਰਦੇ ਨੇ ਉਹਨਾਂ ਦਾ ਮੂੰਹ ਵੀ ਚੜਾਉਂਦੀਆਂ ਨੇ। ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।